ਥੈਂਕ ਯੂ ਜੀਸਸ। ਧੰਨਵਾਦ। ਤੁਹਾਡੀ ਵਡਿਆਈ ਹੋਵੇ। ਤੁਸੀਂ ਮਹਾਨ, ਜਿੰਦਾ, ਦਿਆਲੂ ਅਤੇ ਕਿਰਪਾਲੂ ਪਰਮੇਸ਼ਰ ਹੋ। ਅੱਜ ਦਾ ਜੋ ਪ੍ਰੋਗਰਾਮ ਤੁਸੀਂ ਮੇਰੇ ਜੀਵਨ ਵਿੱਚ ਬਖਸ਼ਿਆ, ਮੈਂ ਉਹਦੇ ਧੰਨਵਾਦ ਦਿੰਦਾ ਹਾਂ। ਮੇਰੀ ਮਦਦ ਕਰੋ ਤਾਂ ਕਿ ਮੈਂ ਤੁਹਾਡੇ ਪਵਿੱਤਰ ਬਚਨਾਂ ਨੂੰ ਸਾਰੇ ਸੰਸਾਰ ਵਿੱਚ ਤੁਹਾਡੀ ਮਰਜ਼ੀ ਦੇ ਅਨੁਸਾਰ, ਰੂਹ ਅਤੇ ਸੱਚਾਈ ਦੇ ਅਨੁਸਾਰ ਮੈਂ ਪਹੁੰਚਾ ਸਕਾਂ, ਤੁਹਾਡੀ ਮਹਿਮਾ ਕਰ ਸਕਾਂ। ਆਮੀਨ। ਸਭਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਮਹਾਨ, ਜਿੰਦਾ ਅਤੇ ਪਵਿੱਤਰ ਨਾਮ ਵਿੱਚ ਜੈ ਮਸੀਹ ਜੀ ਦੀ। ਅੱਜ ਅਸੀਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਬਚਨ ਬਾਈਬਲ ਵਿੱਚੋਂ ਧਿਆਨ ਦੇ ਨਾਲ, ਬੜੀ ਡੂੰਘਾਈ ਦੇ ਨਾਲ ਇਸ ਚੀਜ਼ ਦੇ ਬਾਰੇ ਸਿੱਖਾਂਗੇ ਕਿ ਕੌਣ ਹਨ ਮਸੀਹ ਦੇ ਵਿਰੋਧੀ ਅਤੇ ਝੂਠੇ, ਜਾਂ ਇਸ ਤਰ੍ਹਾਂ ਕਹਿ ਲਓ, ਕੌਣ ਹੈ ਮਸੀਹ ਦਾ ਵਿਰੋਧੀ ਅਤੇ ਝੂਠਾ। ਸੋ ਆਓ ਅਸੀਂ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਬਚਨਾਂ ਵੱਲ ਚੱਲਦੇ ਹਾਂ। ਪ੍ਰਭੂ ਯਿਸੂ ਮਸੀਹ ਜੀ ਨੇ ਮੱਤੀ 16:26-28 ਵਿੱਚ ਆਖਿਆ ਆਪਣੇ ਚੇਲਿਆਂ ਨੂੰ ਕਿ ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ ਪਰ ਆਪਣੀ ਜਾਨ ਦਾ ਨੁਕਸਾਨ ਕਰੇ, ਅਥਵਾ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ। ਫਿਰ ਆਖਦੇ ਹਨ ਉਹਦੇ 27 ਮੱਤੀ 16:27 ਵਿੱਚ ਤੋਂ 28 ਵਿੱਚ, ਕਿਉਂ ਜੋ ਮਨੁੱਖ ਦਾ ਪੁੱਤਰ ਮੀਨ ਪ੍ਰਭੂ ਯਿਸੂ ਮਸੀਹ ਜੀ ਆਪਣੇ ਦੂਤਾਂ ਸਣੇ ਆਪਣੇ ਪਿਤਾ ਦੇ ਤੇਜ ਨਾਲ ਆਵੇਗਾ ਅਤੇ ਉਸ ਸਮੇਂ ਉਹ ਹਰੇਕ ਨੂੰ ਉਹਦੀ ਕਰਨੀ ਮੁਜਬ ਫਲ ਦੇਵੇਗਾ। ਫਿਰ ਲੂਕਾ 9:26 ਵਿੱਚ ਫਿਰ ਬਿਆਨ ਆਪਣੇ ਚੇਲਿਆਂ ਨੂੰ ਸਿੱਖਿਆ ਦਿੰਦੇ ਹਨ। ਧਿਆਨ ਨਾਲ ਸੁਣੋ। ਜੇ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਸੇਵਕ ਹੋ, ਚੇਲੇ ਹੋ ਅਤੇ ਪ੍ਰਭੂ ਯਿਸੂ ਮਸੀਹ ਜੀ ਦੇ ਮਹਾਨ ਨਾਮ ਵਿੱਚ ਉਹਦੇ ਕੰਮਾਂ ਵਿੱਚ ਹੱਥ ਵਟਾਉਂਦੇ ਹੋ, ਲਿਖਦੇ ਹਨ, ਜੋ ਕੋਈ ਮੈਥੋਂ, ਪ੍ਰਭੂ ਯਿਸੂ ਜੀ ਲਿਖਦੇ ਹਨ ਲੂਕਾ 9:26 ਵਿੱਚ, ਜੋ ਕੋਈ ਮੈਥੋਂ ਤੇ ਮੇਰੇ ਬਚਨਾਂ ਤੋਂ ਸ਼ਰਮਾਏਗਾ। ਅੱਗੇ ਲਿਖਦੇ ਨੇ, ਵੈਸੇ ਮਨੁੱਖ ਦਾ ਪੁੱਤਰ ਕਹਿ ਕੇ ਆਪਣੇ ਆਪ ਨੂੰ ਬੁਲਾਉਂਦੇ ਨੇ, ਪਰ ਪ੍ਰਭੂ ਯਿਸੂ ਜੀ ਆਖਦੇ ਨੇ, ਜੋ ਕੋਈ ਮੈਥੋਂ ਤੇ ਮੇਰੇ ਬਚਨਾਂ ਤੋਂ ਸ਼ਰਮਾਵੇਗਾ, ਮਸੀਹ ਪ੍ਰਭੂ ਵੀ ਉਸ ਤੋਂ ਸ਼ਰਮਾਏਗਾ ਜਿਸ ਵੇਲੇ ਉਹ ਆਪਣੇ ਤੇਜ ਅਤੇ ਆਪਣੇ ਪਿਤਾ ਦੇ ਤੇਜ ਅਤੇ ਪਵਿੱਤਰ ਦੂਤਾਂ ਦੇ ਤੇਜ ਨਾਲ ਆਵੇਗਾ। ਯਾਦ ਰੱਖੋ, ਪ੍ਰਭੂ ਯਿਸੂ ਮਸੀਹ ਜੀ ਆਪਣਾ ਤੇਜ ਉਹਨਾਂ ਕੋਲ ਆ, ਆਪਣੇ ਪਿਤਾ ਦਾ ਤੇਜ ਵੀ ਉਹਨਾਂ ਕੋਲ ਆ, ਅਤੇ ਪਵਿੱਤਰ ਦੂਤਾਂ ਦੀ ਗੱਲ ਜਿੱਥੇ ਹੋ ਰਹੀ ਆ ਉੱਥੇ ਮਤਲਬ ਹੈ ਕਿ ਪਵਿੱਤਰ ਆਤਮਾ, ਕਿਉਂਕਿ ਪਹਿਲਿਆਂ ਸਮਿਆਂ ਵਿੱਚ ਪਵਿੱਤਰ ਆਤਮਾ ਪਵਿੱਤਰ ਦੂਤਾਂ ਦੇ ਰੂਪ ਵਿੱਚ ਜਾਂ ਪਰਮੇਸ਼ਰ ਆਤਮਾ ਹੈ। ਪਰਮੇਸ਼ਰ ਦੀ ਜਦੋਂ ਆਉਂਦੇ ਸਨ ਤਾਂ ਲੋਕ ਉਹਨਾਂ ਨੂੰ ਦੂਤ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ ਕਿ ਪਰਮੇਸ਼ਰ ਕੌਣ ਹੈ, ਇਸ ਲਈ ਪਵਿੱਤਰ ਆਤਮਾ ਜੀ ਦਾ ਤੇਜ ਵੀ ਪ੍ਰਭੂ ਯਿਸੂ ਮਸੀਹ ਜੀ ਦੇ ਕੋਲ ਹੈ। ਪ੍ਰਭੂ ਯਿਸੂ ਮਸੀਹ ਜੀ ਆਪਣੇ ਚੇਲਿਆਂ ਨੂੰ ਸਿੱਖਿਆ ਦਿੰਦੇ ਹਨ ਕਿ ਰਾਹ, ਜੀਵਨ ਅਤੇ ਸੱਚਾਈ ਮੈਂ ਹਾਂ। ਜੇ ਅਸੀਂ ਇਸ ਨੂੰ ਯਹੂਨਾ 14:6 ਪੜ੍ਹੀਏ ਤਾਂ ਉਸ ਵਿੱਚ ਸਾਫ਼ ਲਿਖਿਆ ਮਿਲਦਾ ਹੈ, ਮੈਂ ਰਾਹ, ਸੱਚ ਅਤੇ ਜੀਵਨ ਮੈਂ ਹਾਂ, ਮੇਰੇ ਵਸੀਲੇ ਬਿਨਾਂ ਕੋਈ ਵੀ ਪਿਤਾ ਦੇ ਕੋਲ ਨਹੀਂ ਆਉਂਦਾ। ਜੇ ਤੁਸੀਂ ਮੈਨੂੰ ਜਾਣਦੇ ਤੇ ਮੇਰੇ ਪਿਤਾ ਜੀ ਨੂੰ ਵੀ ਜਾਣਦੇ। ਇਦੋਂ ਅੱਗੇ ਤੁਸੀਂ ਆਪਣੇ ਚੇਲਿਆਂ ਨੂੰ ਆਖਦੇ ਹਨ, ਆਪਣੇ ਸੇਵਕਾਂ ਨੂੰ ਆਖਦੇ ਹਨ, ਇਦੋਂ ਅੱਗੇ ਤੁਸੀਂ ਪਿਤਾ ਨੂੰ ਜਾਣਦੇ ਹੋ ਅਤੇ ਉਹਨੂੰ ਵੇਖ ਲਿਆ ਹੈ। ਫਿਲਿਪਸ ਨੇ ਪ੍ਰਭੂ ਯਿਸੂ ਨੂੰ ਆਖਿਆ, ਪ੍ਰਭੂ ਜੀ ਸਾਨੂੰ ਪਿਤਾ ਦਾ ਦਰਸ਼ਨ ਕਰਾ, ਸਾਨੂੰ ਤੇਰੇ ਪਤਾ ਹੋ। ਪ੍ਰਭੂ ਯਿਸੂ ਮਸੀਹ ਜੀ ਨੇ ਉਸ ਨੂੰ ਆਖਿਆ, ਫਿਲਿਪਸ, ਇੰਨੇ ਚਿਰ ਤੋਂ ਮੈਂ ਤੁਹਾਡੇ ਨਾਲ ਹਾਂ ਅਤੇ ਕੀ ਤੈਂ ਮੈਨੂੰ ਨਹੀਂ ਜਾਣਿਆ? ਜਿਨ ਮੈਨੂੰ ਵੇਖਿਆ ਉਹਨ ਪਰਮੇਸ਼ਰ ਨੂੰ ਵੇਖਿਆ। ਤੂੰ ਕੀ ਕਰ ਆਖਦਾ ਹਾਂ ਭਈ ਸਾਨੂੰ ਪਿਤਾ ਦਾ ਦਰਸ਼ਨ ਕਰਾ? ਕੀ ਤੂੰ ਸੱਚ ਨਹੀਂ ਮੰਨਦਾ? ਮੈਂ ਪਿਤਾ ਵਿੱਚ ਅਤੇ ਪਿਤਾ ਮੇਰੇ ਵਿੱਚ ਹੈ। ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਆਪ ਤੋਂ ਨਹੀਂ ਆਖਦਾ, ਪਰ ਪਿਤਾ ਮੇਰੇ ਵਿੱਚ ਰਹਿੰਦਿਆਂ ਆਪਣੇ ਕੰਮ ਕਰਦਾ ਹੈ। ਮੇਰਾ ਵਿਸ਼ਵਾਸ ਕਰੋ ਕਿ ਮੈਂ ਪਿਤਾ ਵਿੱਚ ਅਤੇ ਪਿਤਾ ਮੇਰੇ ਵਿੱਚ ਹੈ, ਨਹੀਂ ਤਾਂ ਕੰਮਾਂ ਹੀ ਦੇ ਕਾਰਨ ਮੇਰਾ ਵਿਸ਼ਵਾਸ ਕਰੋ। ਹੁਣ ਪ੍ਰਭੂ ਯਿਸੂ ਜੀ ਆਪਣੇ ਕੰਮਾਂ ਦੁਆਰਾ ਦੱਸਦੇ ਹਨ ਕਿ ਅਸੀਂ ਇਸੇ ਚੀਜ਼ ਨੂੰ ਫਿਰ ਜਾ ਕੇ ਜਦੋਂ ਉਹ ਬੇਪਰਤੀਤਿਆਂ ਨਾਲ ਗੱਲ ਕਰਦੇ ਹਨ ਉਸ ਵਕਤ ਪੜ੍ਹੀਏ ਤਾਂ ਉਹ ਆਖਦੇ ਹਨ ਕਿ ਮੈਂ ਅਤੇ ਪਿਤਾ ਇੱਕ ਹਾਂ। ਠੀਕ ਹੈ ਜੀ। ਫਿਰ ਜਦੋਂ ਇਸ ਗੱਲ ਨੂੰ ਜਿਹੜਾ ਹੈ ਬੜੇ ਧਿਆਨ ਨਾਲ ਸੋਚਣ ਦੀ ਲੋੜ ਹੈ, ਮੈਂ ਅਤੇ ਪਿਤਾ ਇੱਕ ਹਾਂ,
ਫਿਰ ਉਹ ਆਖਦੇ ਹਨ ਕਿ ਜੇ ਮੈਂ ਆਪਣੇ ਪਿਤਾ ਜਿਹੇ ਕੰਮ ਨਹੀਂ ਕਰਦਾ ਤਾਂ ਮੇਰੀ ਪ੍ਰਤੀਤ ਨਾ ਕਰੋ, ਪਰ ਜੇ ਮੈਂ ਕਰਦਾ ਹਾਂ ਮੇਰੀ ਭਾਵੇਂ ਤੁਸੀਂ ਮੇਰੀ ਪ੍ਰਤੀਤ ਨਾ ਕਰੋ, ਪਰ ਮੇਰੇ ਕੰਮਾਂ ਦੇ ਜਿਹੜੇ ਕੰਮ ਆ, ਜਿਹੜੇ ਮੈਂ ਕੰਮ ਕਰਦਾ ਹਾਂ, ਉਹਨਾਂ ਦੇ ਸਦਕਾ ਜਾਂ ਉਹਨਾਂ ਦੇ ਵੇਖਦੇ ਹੋਏ ਮੇਰਾ ਵਿਸ਼ਵਾਸ ਕਰੋ ਕਿ ਮੈਂ ਪਿਤਾ ਵਿੱਚ ਅਤੇ ਪਿਤਾ ਮੇਰੇ ਵਿੱਚ ਹੈ। ਹੁਣ ਫਿਰ ਅਸੀਂ ਅੱਗੇ ਚੱਲਦੇ ਹੋਏ ਵੇਖਦੇ ਹਾਂ ਆਪਣੇ ਚੇਲਿਆਂ ਨੂੰ, ਆਪਣੇ ਰਸੂਲਾਂ ਨੂੰ ਆਖਦੇ ਹਨ ਕਿ ਪਿਤਾ ਮੇਰਾ ਵਿਸ਼ਵਾਸ ਕਰੋ ਕਿ ਮੈਂ ਪਿਤਾ ਵਿੱਚ ਅਤੇ ਪਿਤਾ ਮੇਰੇ ਵਿੱਚ ਹੈ, ਨਹੀਂ ਤਾਂ ਕੰਮਾਂ ਹੀ ਦੇ ਕਾਰਨ ਮੇਰਾ ਵਿਸ਼ਵਾਸ ਕਰੋ। ਅੱਗੇ ਫਿਰ ਉਹਦੇ ਐਵੀਡੈਂਸ ਦਿੰਦੇ ਨੇ, ਉਹਦੀ ਸਾਖੀ ਦਿੰਦੇ ਹਨ, ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਮੰਗੋ ਤਾਂ ਮੈਂ ਸੋਈ ਕਰਾਂਗਾ, ਤਾਂ ਜੋ ਪੁੱਤਰ ਵਿੱਚ ਪਿਤਾ ਦੀ ਵਡਿਆਈ ਹੋਵੇ। ਸੋ ਯਾਦ ਰੱਖੋ, ਪਿਤਾ ਦੀ ਵਡਿਆਈ ਹੋਣੀ ਹੈ ਤਾਂ ਪੁੱਤਰ ਵਿੱਚ ਹੀ ਹੋਣੀ ਹੈ, ਕਿਉਂਕਿ ਅੱਜ ਤੱਕ ਨਾ ਕਿਸੇ ਨੇ ਪਿਤਾ ਨੂੰ ਵੇਖਿਆ ਹੈ ਅਤੇ ਨਾ ਹੀ ਪਰਮੇਸ਼ਰ ਨੂੰ ਵੇਖਿਆ ਹੈ। ਬਾਈਬਲ ਦਾ ਦਾਵਾ ਹੈ, ਅਗਰ ਕਿਸੇ ਨੇ ਵੇਖਿਆ ਹੈ ਬਾਈਬਲ ਤੋਂ ਬਿਨਾ ਹੋਰ ਕਿਸੇ ਜਗ੍ਹਾ ਤੇ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਪਰਮੇਸ਼ਰ ਕੌਣ ਹੈ, ਤਾਂ ਤੁਸੀਂ ਇਸ ਗੱਲ ਨੂੰ ਦੱਸ ਸਕਦੇ ਹੋ, ਬਿਆਨ ਕਰ। ਪਰ ਬਾਈਬਲ ਦਾ ਬਿਆਨ ਹੈ ਕਿ ਕਦੀ ਜੇ ਅਸੀਂ ਯਹੂਨਾ ਦੀ ਅੰਜੀਲ, ਜਿਹਦੇ ਵਿੱਚ ਯਹੂਨਾ ਬਪਤਿਸਮਾ ਦੇਣ ਵਾਲਾ ਗਵਾਹੀ ਦਿੰਦਾ ਹੈ ਕਿ ਕਿਸੇ ਨੇ ਕਦੀ ਪਰਮੇਸ਼ਰ ਨੂੰ ਨਹੀਂ ਵੇਖਿਆ, ਯਹੂਨਾ 1:18 ਵਿੱਚ ਕਦੀ ਕਿਸੇ ਨੇ ਨਹੀਂ ਦੇਖਿਆ, ਪਰ ਪ੍ਰਭੂ ਯਿਸੂ ਮਸੀਹ ਨੇ, ਜਿਹੜਾ ਇਨਸਾਨ ਹੁੰਦੇ ਹੋਏ ਆਪਣੇ ਆਪ ਨੂੰ ਪਰਮੇਸ਼ਰ ਦਾ ਪੁੱਤਰ ਆਖਦੇ ਹਨ ਜਾਂ ਸਦਾਉਂਦੇ ਹਨ, ਉਸੇ ਜਿਹੜੇ ਪਿਤਾ ਦੀ ਗੋਦ ਵਿੱਚ ਹਨ, ਅਥਾਰਟੀ ਵਿੱਚ ਆ, ਕਿਹੜੇ ਨੂਰ ਵਿੱਚ ਹਨ, ਕਿਹੜੇ ਤੇਜ ਵਿੱਚ ਹਨ, ਪਿਤਾ ਦੇ ਤੇਜ ਵਿੱਚ ਹਨ, ਪਰ ਹੈ ਕੌਣ ਹਨ? ਪਿਤਾ ਹੁੰਦੇ ਹੋਏ ਪੁੱਤਰ ਹਨ। ਓਕੇ, ਕਦੀ ਪਰਮੇਸ਼ਰ ਨੂੰ ਕਿਸੇ ਨੇ ਨਹੀਂ ਦੇਖਿਆ, ਪਰ ਜਿਹੜਾ ਹੈ ਮਸੀਹ ਪ੍ਰਭੂ, ਜੋ ਪਰਮੇਸ਼ਰ ਦਾ ਆਪਣੇ ਪੁੱਤਰ ਆਪਣੇ ਅਖਵਾਉਂਦਾ, ਉਸ ਨੇ ਉਸ ਨੂੰ ਪ੍ਰਗਟ ਕੀਤਾ। ਸੋ ਅੱਜ ਤੱਕ ਪ੍ਰਭੂ ਜੀ ਇਸੇ ਲਈ ਕਹਿੰਦੇ, ਜਿਨ ਮੈਨੂੰ ਵੇਖਿਆ ਉਹਨ ਮੇਰੇ ਭੇਜਣ ਵਾਲੇ ਨੂੰ ਵੇਖਿਆ, ਜਿਨ ਮੈਨੂੰ ਵੇਖਿਆ ਉਹਨੇ ਪਿਤਾ ਨੂੰ ਵੇਖਿਆ, ਜਿਨ ਮੈਨੂੰ ਵੇਖਿਆ ਉਹਨੇ ਪਰਮੇਸ਼ਰ ਨੂੰ ਵੇਖਿਆ। ਇਸੇ ਲਈ ਜਦੋਂ ਅਸੀਂ ਗਵਾਹੀ ਦਿੰਦੇ ਹਾਂ, ਬਾਈਬਲ ਵੀ ਇਸ ਗੱਲ ਦੀ, ਕਿਉਂਕਿ ਅਸੀਂ ਬਾਈਬਲ ਦੇ ਜਾਣਨ ਵਾਲੇ ਜਾਂ ਉਸ ਨੂੰ ਮੰਨਣ ਵਾਲੇ ਲੋਕ ਹਾਂ, ਇਸ ਲਈ ਬਾਈਬਲ ਵਿੱਚ ਜੋ ਕੁਝ ਲਿਖਿਆ ਹੈ ਅਸੀਂ ਉਸ ਨੂੰ ਮੰਨਦੇ ਹਾਂ। ਪ੍ਰਭੂ ਯਿਸੂ ਜੀ ਆਖਦੇ ਹਨ ਕਿ ਜੋ ਕੁਝ ਤੁਸੀਂ ਮੇਰਾ ਨਾਮ ਲੈ ਕੇ ਮੈਂ ਮੰਗੋਗੇ ਮੈਂ ਸੋਈ ਕਰਾਂਗਾ, ਤਾਂ ਜੋ ਪੁੱਤਰ ਵਿੱਚ ਪਿਤਾ ਦੀ ਵਡਿਆਈ ਹੋਵੇ। ਇਸੇ ਗੱਲ ਨੂੰ ਫਿਰ ਜੇ ਅਸੀਂ ਵੇਖੀਏ ਅਪਸੀਆਂ 4:6 ਤੋਂ 16 ਤੱਕ, ਤਾਂ ਉੱਥੇ ਜਿਹੜਾ ਹੈ ਪਰਮੇਸ਼ਰ ਜੀ ਦਾ ਚੁਣਿਆ ਹੋਇਆ ਸੇਵਕ ਪੌਲ ਰਸੂਲ ਲਿਖਦਾ ਹੈ ਕਿ ਇੱਕੋ ਹੀ ਪਰਮੇਸ਼ਰ ਅਤੇ ਪਿਤਾ ਸਭਨਾਂ ਦਾ ਹੈ, ਜੋ ਸਭਨਾਂ ਦੇ ਉੱਤੇ, ਸਭਨਾਂ ਦੇ ਦਰਮਿਆਨ ਅਤੇ ਸਭਨਾਂ ਦੇ ਅੰਦਰ ਹੈ, ਪਰ ਸਾਡੇ ਵਿੱਚੋਂ ਹਰੇਕ ਉਤੇ ਪ੍ਰਭੂ ਯਿਸੂ ਮਸੀਹ ਦੇ ਦਾਨ ਦੇ ਅਨੁਸਾਰ ਸਾਡੇ ਉੱਤੇ ਕਿਰਪਾ ਹੋਈ। ਜਿਵੇਂ ਉਹਨ ਆਖਿਆ, ਕਹਿਣ ਮਸੀਹ ਨੇ ਆਖਿਆ, ਯਹੋਵਾ ਪਰਮੇਸ਼ਰ ਨੇ ਆਖਿਆ ਕਿ ਉਹ ਉਤਾਂ ਚੜਿਆ ਅਤੇ ਬੰਧਨ ਨੂੰ ਬੰਨ ਲਿਆ ਅਤੇ ਮਨੁੱਖਾਂ ਨੂੰ ਦਾਨ ਬਖਸ਼ੇ। ਕੀ ਦਾਨ ਬਖਸ਼ਿਆ ਗਿਆ? ਲਿਖਿਆ ਹੈ ਫਿਰ ਥੋੜਾ ਹੋਰ ਇਸ ਤੋਂ ਪਹਿਲਾਂ ਲਿਖਦੇ ਨੇ ਪੌਲ ਜੀ ਕਿ ਇਹ ਉਹ ਹੈ ਜਿਹੜਾ ਅਸਮਾਨ ਤੋਂ ਉਤਰਿਆ, ਸੋਈ ਹੈ ਜੋ ਅਸਮਾਨ ਉੱਤੇ ਚੜਿਆ। ਸੋ ਇਸ ਲਈ ਉਹ ਆਖਦੇ ਹਨ ਇੱਕੋ ਹੀ ਪਰਮੇਸ਼ਰ ਅਤੇ ਪਿਤਾ ਸਭਨਾਂ ਦਾ ਹੈ, ਜੋ ਸਭਨਾਂ ਦੇ ਉੱਤੇ, ਸਭਨਾਂ ਦੇ ਦਰਮਿਆਨ ਅਤੇ ਸਭਨਾਂ ਦੇ ਅੰਦਰ ਹੈ। ਓਕੇ, ਉਸਨੇ ਕਈਆਂ ਨੂੰ ਰਸੂਲ ਕਹਿਣ, ਉਸਨੇ ਕਹਿਣ ਪਰਮੇਸ਼ਰ ਮਸੀਹ ਨੇ ਕਈਆਂ ਨੂੰ ਰਸੂਲ, ਕਈਆਂ ਨੂੰ ਕੀ ਹੈ ਪ੍ਰਚਾਰਕ, ਕਈਆਂ ਨੂੰ ਉਸਤਾਦ, ਕਈਆਂ ਨੂੰ ਪਾਦਰੀ ਬਣਨ ਦਾ ਤੇ ਬਾਕੀ ਦੇ ਵੀ ਜਿਹੜੇ ਹੈ ਅਧਿਕਾਰ ਉਹਨਾਂ ਨੇ ਦਿੱਤੇ ਆ। ਉਸ ਵਿੱਚ ਲਿਖਿਆ ਹੈ ਉਹ ਸਭ ਦੇ ਸਭ ਉਸੇ ਇੱਕ ਇਕੱਲੇ ਪਰਮੇਸ਼ਰ ਮਸੀਹ ਪ੍ਰਭੂ ਨੇ ਦਿੱਤੇ ਹਨ। ਫਿਰ ਮਸੀਹ ਪ੍ਰਭੂ ਯਿਸੂ ਜੀ ਆਖਦੇ ਹਨ ਕਿ ਜੋ ਕੋਈ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਹੁਕਮਾਂ ਦੀ ਪਾਲਣਾ ਕਰੇਗਾ ਤੇ ਮੇਰਾ ਪਿਤਾ ਉਹਨੂੰ ਪਿਆਰ ਕਰੇਗਾ ਤੇ ਅਸੀਂ ਐਲੋਹੀਮ ਪਰਮੇਸ਼ਰ ਅਸੀਂ ਉਹਦੇ ਕੋਲ ਆਵਾਂਗੇ ਤੇ ਵਾਸ ਕਰਾਂਗੇ। ਸੋ ਬਾਈਬਲ ਦੱਸਦੀ ਹੈ ਕਿ ਜਦੋਂ ਪ੍ਰਭੂ ਯਿਸੂ ਜੀ ਸਾਡੇ ਅੰਦਰ ਵਸਦੇ ਹਨ ਤਾਂ ਪਿਤਾ ਵੀ ਉਸ ਨਾਲ ਵਸਦੇ ਹਨ, ਕਿਉਂਕਿ ਪ੍ਰਭੂ ਯਿਸੂ ਜੀ ਆਖਦੇ ਹਨ ਕਿ ਜਿਸ ਨੇ ਮੈਨੂੰ ਭੇਜਿਆ ਉਸਨੇ ਮੈਨੂੰ ਇਕੱਲੇ ਨਹੀਂ ਛੱਡਿਆ ਬਲਕਿ ਉਹ ਮੇਰੇ ਨਾਲ ਹੈ। ਸੋ ਵਾਰ-ਵਾਰ ਇਹ ਜਗ੍ਹਾ ਤੇ ਸਾਨੂੰ
ਪਤਾ ਚੱਲਦਾ ਹੈ ਕਿ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਜੀ ਤਿੰਨ ਵੱਖਰੇ ਵੱਖਰੇ ਪਰਮੇਸ਼ਰ ਨਹੀਂ, ਬਲਕਿ ਇੱਕ ਹੀ ਪਰਮੇਸ਼ਰ ਯਿਸੂ ਮਸੀਹ ਜੀ ਹੈ। ਇਸ ਲਈ ਯਾਦ ਰੱਖੋ, ਜੋ ਕੋਈ ਪ੍ਰਭੂ ਯਿਸੂ ਜੀ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਮੰਨਣ ਤੋਂ ਇਨਕਾਰ ਕਰਦਾ ਹੈ ਸੋ ਝੂਠਾ ਹੈ ਅਤੇ ਮਸੀਹ ਦਾ ਵਿਰੋਧੀ ਹੈ। ਇਹ ਮੇਰੇ ਸ਼ਬਦ ਨਹੀਂ, ਪਵਿੱਤਰ ਬਾਈਬਲ ਨੂੰ ਧਿਆਨ ਨਾਲ ਪੜੋ, ਵਿਚਾਰ ਕਰੋ। ਇਹ ਬਚਨ ਪ੍ਰਭੂ ਯਿਸੂ ਮਸੀਹ ਜੀ ਦੇ ਪਵਿੱਤਰ ਬਾਈਬਲ ਵਿੱਚ ਮਿਲਦੇ ਹਨ। ਸੋ ਆਓ ਕਿ ਚੱਲੀਏ ਹੁਣ ਪ੍ਰਭੂ ਯਿਸੂ ਜੀ ਯਹੂਦੀਆਂ ਦੇ ਸਰਦਾਰ ਨਿਕਦੀਮੁਸ ਨੂੰ, ਜਿਹੜਾ ਰਾਤ ਦੇ ਵੇਲੇ ਯਿਸੂ ਜੀ ਦੇ ਕੋਲ ਆਇਆ, ਉਸ ਨੂੰ ਆਖਦੇ ਹਨ ਕਿ ਮੈਂ ਤੈਨੂੰ ਸੱਚ ਸੱਚ ਆਖਦਾ, ਜੇਕਰ ਕੋਈ ਨਵੇਂ ਸਿਰੋਂ ਪੈਦਾ ਨਾ ਹੋਵੇ ਤਾਂ ਉਹ ਪਰਮੇਸ਼ਰ ਦੇ ਰਾਜ ਨੂੰ ਵੇਖ ਨਹੀਂ ਸਕਦਾ। ਨਿਕਦੀਮੁਸ ਨੇ ਪ੍ਰਭੂ ਯਿਸੂ ਨੂੰ ਆਖਿਆ, ਜਾਂ ਇਨਸਾਨ ਬੁੱਢਾ ਹੋ ਗਿਆ, ਕਿਵੇਂ ਹੋ ਸਕਦਾ ਕਿ ਉਹ ਮਾਂ ਦੀ ਕੁੱਖ ਵਿੱਚ ਆਵੇ ਤੇ ਦੂਸਰੀ ਵਾਰ ਜੰਮੇ? ਪਰ ਪ੍ਰਭੂ ਯਿਸੂ ਜੀ ਨੇ ਆਖਿਆ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਜੇ ਕੋਈ ਮਨੁੱਖ ਜਲ ਅਤੇ ਆਤਮਾ ਤੋਂ ਨਾ ਜੰਮੇ ਤਾਂ ਪਰਮੇਸ਼ਰ ਦੇ ਰਾਜ ਵਿੱਚ ਵੜ ਨਹੀਂ ਸਕਦਾ। ਪਰਮੇਸ਼ਰ ਦੇ ਰਾਜ ਵਿੱਚ ਵੜ ਨਹੀਂ। ਤੂੰ ਸੱਚ ਤੋਂ ਚੱਜ ਨਾ ਮੰਨੀ ਜੋ ਮੈਂ ਤੈਨੂੰ ਆਖਿਆ, ਭਈ ਤੁਹਾਨੂੰ ਨਵੇਂ ਸਿਰ ਤੋਂ ਜੰਮਣਾ ਜ਼ਰੂਰੀ ਹੈ। ਸੋ ਪਰ ਨਿਕਦੀਮੁਸ ਇਹਨਾਂ ਗੱਲਾਂ ਨੂੰ ਨਹੀਂ ਸਮਝਦਾ, ਇਸ ਲਈ ਉਹ ਆਖਦਾ ਹੈ ਕਿ ਇਹ ਕਿਵੇਂ ਹੋ ਸਕਦੀਆਂ ਹਨ, ਇਹ ਗੱਲਾਂ ਜਿਹੜੀਆਂ ਕਿਵੇਂ ਹੋ ਸਕਦੀਆਂ? ਪ੍ਰਭੂ ਯਿਸੂ ਨੇ ਆਖਿਆ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ, ਜਿਹੜੀ ਗੱਲ ਅਸੀਂ ਜਾਣਦੇ ਹਾਂ ਸੋਈ ਕਹਿੰਦੇ ਹਾਂ। ਹੁਣ ਫਿਰ ਪ੍ਰਭੂ ਯਿਸੂ ਮਸੀਹ ਜੀ ਆਪਣੇ ਆਪ ਨੂੰ ਐਲੋਹੀਮ ਪਰਮੇਸ਼ਰ ਦੇ ਰੂਪ ਵਿੱਚ ਜਾਂ ਉਸ ਦੇ ਅਥਾਰਟੀ ਵਿੱਚ ਜਾਂ ਸਟੇਟਸ ਵਿੱਚ ਬੋਲਦੇ ਹਨ, ਗੱਲ ਕਰਦੇ ਹਨ, ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਪਹਿਲਾਂ ਹੀ ਆਖ ਦਿੱਤਾ ਹੈ। ਜੇ ਅਸੀਂ ਲੂਕਾ ਪੜ੍ਹੀਏ, ਲੂਕਾ 9:26 ਚ, ਕਿ ਪ੍ਰਭੂ ਯਿਸੂ ਜੀ ਆਪਣੇ ਤੇਜ, ਆਪਣੇ ਪਿਤਾ ਦੇ ਤੇਜ ਅਤੇ ਪਵਿੱਤਰ ਦੂਜਾਂ ਦੇ ਤੇਜ ਨਾਲ ਆਵੇਗਾ। ਓਕੇ, ਫਿਰ ਹੁਣ ਇੱਥੇ ਲਿਖਦੇ ਨੇ ਕਿ ਮੈਂ ਤੈਨੂੰ ਸੱਚ ਸੱਚ, ਪ੍ਰਭੂ ਯਿਸੂ ਜੀ ਆਖਦੇ ਨੇ ਨਿਕਦੀਮੁਸ, ਮੈਂ ਤੈਨੂੰ ਸੱਚ ਸੱਚ ਆਖਦਾ ਕਿ ਅਸੀਂ ਜਿਹੜੀ ਗੱਲ ਅਸੀਂ ਜਾਣਦੇ ਹਾਂ ਸੋਈ ਕਹਿੰਦੇ ਹਾਂ, ਜੋ ਕੁਝ ਅਸੀਂ ਵੇਖਿਆ ਉਸੇ ਦੀ ਸਾਖੀ ਦਿੰਦੇ ਹਾਂ ਤੇ ਤੁਸੀਂ ਸਾਡੀ ਸਾਖੀ ਨਹੀਂ ਮੰਨਦੇ। ਇੱਥੇ ਉਹ ਬੜੇ ਧਿਆਨ ਨਾਲ ਇਸ ਬੜੇ ਪ੍ਰਭੂ ਯਿਸੂ ਜੀ ਆਪਣੇ ਬਚਨਾਂ ਨੂੰ, ਆਪਣੇ ਰਸੂਲਾਂ ਨੂੰ ਸਿਖਾਉਂਦੇ ਹਨ ਕਿ ਆਖਦੇ ਹਨ ਕਿ ਜੋ ਨਾਟ ਆਪਣੇ ਰਸੂਲਾਂ ਨੂੰ, ਉਸ ਨਿਕਦੀਮੁਸ ਨੂੰ ਜਿਹੜਾ ਯਹੂਦੀਆਂ ਦਾ, ਫਰੀਸੀਆਂ ਦਾ ਸਰਦਾਰ ਆਖਦੇ ਹਨ, ਸੁਣੋ ਆਖਦੇ ਹਨ ਕਿ ਕੋਈ ਸਵਰਗ ਨੂੰ ਨਹੀਂ ਚੜਿਆ, ਪਰ ਉਹ ਮਸੀਹ ਪ੍ਰਭੂ ਮਨੁੱਖ ਦਾ ਪੁੱਤਰ ਜਿਹੜੇ ਆਪਣੇ ਆਪ ਨੂੰ ਸੁਣਾਉਂਦੇ ਹਨ, ਜਿਹੜਾ ਸਵਰਗ ਤੋਂ ਉਤਰਿਆ ਉਹੀ ਸਵਰਗ ਵਿੱਚ ਹੈ। ਇੱਥੇ ਫਿਰ ਦੱਸਦੇ ਹਨ ਕਿ ਪ੍ਰਭੂ ਯਿਸੂ ਮਸੀਹ ਜੀ ਆਪਣੇ ਬਚਨਾਂ ਵਿੱਚ ਕਿ ਜ਼ਮੀਨ ਅਸਮਾਨ ਦੇ ਉੱਤੇ ਮੈਂ ਹੀ ਹਾਂ। ਪ੍ਰਭੂ ਯਿਸੂ ਮਸੀਹ ਜੀ ਫਿਰ ਜਿਹੜੇ ਬੇਪਰਤੀਤੇ ਨੇ ਉਹਨਾਂ ਨੂੰ ਆਖਦੇ ਹਨ, ਧਿਆਨ ਨਾਲ ਵੇਖਣਾ, ਯਹੂਨਾ 5:46 ਤੇ 47, ਜਿਹੜੇ ਲੋਕ ਇਹਨਾਂ ਗੱਲਾਂ ਉੱਤੇ ਪ੍ਰਤੀਤ ਨਹੀਂ ਕਰਦੇ ਜਾਂ ਪ੍ਰਭੂ ਯਿਸੂ ਦਾ ਵਿਸ਼ਵਾਸ ਨਹੀਂ ਕਰਦੇ ਜਾਂ ਉਹਦੀਆਂ ਗੱਲਾਂ ਦਾ ਵਿਸ਼ਵਾਸ ਨਹੀਂ ਕਰਦੇ, ਤਾਂ ਉਹ ਫਿਰ ਉਹਨਾਂ ਲੋਕਾਂ ਨੂੰ ਆਖਦੇ ਹਨ ਜੇ ਅਸੀਂ ਯਹੂਨਾ 5:46 47 ਪੜ੍ਹੀਏ, ਜੇ ਤੁਸੀਂ ਮੂਸਾ ਦੀ ਪ੍ਰਤੀਤ ਕਰਦੇ ਤਾਂ ਮੇਰੀ ਵੀ ਪ੍ਰਤੀਤ ਕਰਦੇ, ਕਿਉਂ ਜੋ ਮੂਸਾ ਨੇ ਮੇਰੇ ਹੱਕ ਵਿੱਚ ਲਿਖਿਆ ਸੀ। ਠੀਕ ਹੈ ਜੀ। ਫਿਰ ਉਹਨਾਂ ਬੇਪਰਤੀਤਿਆਂ ਨੂੰ ਆਖਦੇ ਹਨ ਕਿ ਜਗਤ ਦਾ ਨੂਰ ਮੈਂ ਹਾਂ, ਜੋ ਮੇਰੇ ਪਿੱਛੇ ਤੁਰਦਾ ਹੈ ਕਦੇ ਹਨੇਰੇ ਵਿੱਚ ਨਾ ਚੱਲੇਗਾ, ਸਗੋਂ ਉਹਦੇ ਕੋਲ ਜੀਵਨ ਦਾ ਚਾਨਣ ਹੋਵੇਗਾ। ਬੇਪਰਤੀਤਿਆਂ ਨੂੰ ਆਖਦੇ ਹਨ ਤੁਸੀਂ ਹੇਠਾਂ ਦੇ ਹੋ, ਮੈਂ ਉੱਤੋਂ ਹਾਂ, ਤੁਸੀਂ ਇਸ ਜਗਤ ਤੋਂ ਹਾਂ, ਜਗਤ ਤੋਂ ਹੋ, ਮੈਂ ਇਸ ਜਗਤ ਤੋਂ ਨਹੀਂ ਹਾਂ। ਇਸ ਲਈ ਮੈਂ ਤੁਹਾਨੂੰ ਆਖਿਆ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ, ਕਿਉਂਕਿ ਜੇ ਤੁਸੀਂ ਵਿਸ਼ਵਾਸ ਨਾ ਕਰੋ ਕਿ ਮੈਂ ਉਹੋ ਹੀ ਹਾਂ ਤਾਂ ਆਪਣੇ ਪਾਪਾਂ ਉਹੀ ਕੌਣ? ਲਿਖਿਆ ਹੈ। ਯਹੋਵਾ ਪਰਮੇਸ਼ਰ ਜੀ ਆਖਦੇ ਹਨ ਤੁਸੀਂ ਸਮਝੋ, ਜਾਣੋ ਤੇ ਮੇਰੀ ਪ੍ਰਤੀਤ ਕਰੋ, ਮੈਂ ਉਹੀ ਹਾਂ, ਮੇਰੇ ਤੋਂ ਪਹਿਲਾਂ ਕੋਈ ਪਰਮੇਸ਼ਰ ਨਹੀਂ ਸੀ, ਨਾ ਹੀ ਮੇਰੇ ਪਿੱਛੇ ਕੋਈ ਹੋਵੇਗਾ। ਮੈਂ ਯਹੋਵਾ ਉਹੀ ਹਾਂ ਅਤੇ ਮੇਰੇ ਬਿਨਾਂ ਕੋਈ ਮੁਕਤੀ ਦਾਤਾ ਨਹੀਂ ਹੈ। ਇਸ ਲਈ ਧਿਆਨ ਨਾਲ ਪ੍ਰਭੂ ਯਿਸੂ ਦੇ ਬਚਨਾਂ ਨੂੰ, ਪਵਿੱਤਰ ਬਾਈਬਲ ਸਿੱਖੋ, ਜਾਣੋ ਅਤੇ ਆਪਣੇ ਜੀਵਨ ਵਿੱਚ ਅਪਣਾਓ ਤਾਂ ਜੋ ਤੁਸੀਂ ਸਵਰਗ ਰਾਜ ਵਿੱਚ ਜਾਣ ਦੇ ਅਧਿਕਾਰੀ ਬਣ ਸਕੋ। ਪ੍ਰਭੂ ਯਿਸੂ ਜੀ ਦੇ ਰਾਜ, ਸੁਰਗੀ ਪਿਤਾ ਪ੍ਰਭੂ ਯਿਸੂ ਜੀ ਦੇ ਰਾਜ ਦੇ ਵਿੱਚ ਜਾਣ ਦੇ ਅਧਿਕਾਰੀ ਬਣ ਸਕੋ। ਪ੍ਰਭੂ ਯਿਸੂ ਜੀ ਉਹਨਾਂ ਨੂੰ ਆਖਦੇ ਹਨ, ਉਹਨਾਂ ਬੇਪਰਤੀਤਿਆਂ ਨੂੰ ਆਖਦੇ ਹਨ ਕਿ ਤੁਸੀਂ ਹੇਠੋਂ ਦੇ ਹੋ, ਮੈਂ ਉੱਤੋਂ ਦਾ, ਤੁਸੀਂ ਜਗਤ ਤੋਂ, ਮੈਂ ਜਗਤ ਤੋਂ ਨਹੀਂ ਹੈ। ਇਸ ਲਈ ਮੈਂ ਤੁਹਾਨੂੰ ਆਖਿਆ ਜੋ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ, ਕਿਉਂਕਿ ਜੇ ਤੁਸੀਂ ਵਿਸ਼ਵਾਸ ਨਾ ਕਰੋ ਕਿ ਮੈਂ ਉਹੀ ਹਾਂ
ਤਾਂ ਆਪਣੇ ਪਾਪਾਂ ਵਿੱਚ ਮਰੋਗੇ। ਮੈਂ ਅਤੇ ਪਿਤਾ ਇੱਕ ਹਾਂ। ਜੇ ਮੈਂ ਪਿਤਾ ਜਿਹੇ ਕੰਮ ਨਹੀਂ ਕਰਦਾ ਤਾਂ ਮੇਰਾ ਵਿਸ਼ਵਾਸ ਨਾ ਕਰੋ, ਪਰ ਜੇ ਮੈਂ ਕਰਦਾ ਹਾਂ, ਉਹ ਕੰਮ ਕਰਦਾ ਹਾਂ, ਤਾਂ ਭਾਵੇਂ ਮੇਰਾ ਵਿਸ਼ਵਾਸ ਨਾ ਕਰੋ, ਤਦ ਵੀ ਉਹਨਾਂ ਕੰਮਾਂ ਦਾ ਕਰਕੇ ਵਿਸ਼ਵਾਸ ਕਰੋ, ਤਾਂ ਜੋ ਤੁਸੀਂ ਜਾਣੋ ਤੇ ਸਮਝੋ ਜੋ ਮੈਂ ਪਿਤਾ ਵਿੱਚ ਅਤੇ ਪਿਤਾ ਮੇਰੇ ਵਿੱਚ ਹੈ। ਸੋ ਕਹਿਣ ਤੋਂ ਭਾਵ ਦੋਨਾਂ ਦਾ ਇੱਕ ਹੀ ਰਹਿਣ ਦਾ ਸਥਾਨ ਹੈ। ਜਿਵੇਂ ਉਹਨਾਂ ਨੇ ਆਖਿਆ, ਜੋ ਕਿ ਮੇਰੇ ਵਚਨਾਂ ਨੂੰ ਮੰਨੇ, ਮੈਨੂੰ ਪਿਆਰ ਕਰੇ ਅਤੇ ਮੇਰੇ ਵਚਨਾਂ ਨੂੰ ਮੰਨੇ, ਤਾਂ ਅਸੀਂ ਉਹਦੇ ਕੋਲ ਆਵਾਂਗੇ ਅਤੇ ਉਸ ਦੇ ਵਿੱਚ ਵਾਸ ਜਾਂ ਉਹਦੇ ਨਾਲ ਵਾਸ ਕਰਾਂਗੇ। ਪ੍ਰਭੂ ਯਿਸੂ ਜੀ ਇੱਥੇ ਫਿਰ ਇਸ ਗੱਲ ਨੂੰ ਦੱਸਦੇ ਹਨ ਕਿ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੀ ਤਿੰਨ ਵੱਖਰੇ ਵੱਖਰੇ ਪਰਮੇਸ਼ਰ ਨਹੀਂ ਹਨ, ਬਲਕਿ ਪ੍ਰਭੂ ਯਿਸੂ ਮਸੀਹ ਜੀ ਸਭ ਕੁਝ ਹਨ। ਜੇ ਅਸੀਂ ਫਿਰ ਨਵੇਂ ਵਿੱਚ ਪੌਲ ਰਸੂਲ ਜੋ ਪਰਮੇਸ਼ਰ ਯਿਸੂ ਮਸੀਹ ਦਾ ਚੁਣਿਆ ਹੋਇਆ ਰਸੂਲ, ਚੇਲਾ, ਸੇਵਕ, ਪ੍ਰਚਾਰਕ ਸੀ, ਉਹ ਲਿਖਦਾ ਹੈ, ਜੇ ਅਸੀਂ ਕੋਲਸੀਆਂ 2:8 ਤੋਂ 10 ਵਿੱਚ ਪੜ੍ਹੀਏ ਤਾਂ ਉੱਥੇ ਲਿਖਦਾ ਹੈ ਕਿ ਵੇਖਣਾ ਕਿਤੇ ਕੋਈ ਤੁਹਾਨੂੰ ਆਪਣੀ ਫਲਸੂਫੀ ਅਤੇ ਲਾਗ ਲਪੇਟੀਆਂ ਗੱਲਾਂ ਨਾਲ ਲੁੱਟ ਨਾ ਲਵੋ, ਜਿਹੜੀਆਂ ਮਨੁੱਖਾਂ ਦੀਆਂ ਹਨ ਅਤੇ ਸੰਸਾਰ ਦੇ ਮੂਲ ਦੇ ਅਨੁਸਾਰ ਹਨ, ਪਰ ਮਸੀਹ ਦੇ ਅਨੁਸਾਰ ਨੇ। ਕਿਉਂ ਜੋ ਮਸੀਹ ਵਿੱਚ ਪਰਮੇਸ਼ਰ ਦੀ ਸਾਰੀ ਭਰਪੂਰੀ ਦੇਹਧਾਰੀ ਹੋ ਕੇ ਵਸਦੀ ਹੈ। ਦੂਜੇ ਸ਼ਬਦਾਂ ਵਿੱਚ ਪਰਮੇਸ਼ਰ ਮਸੀਹ ਜਿਹੜਾ ਹੈ ਉਹ ਪੁੱਤਰ ਵੀ ਹੈ, ਪਿਤਾ ਵੀ ਹੈ, ਪਵਿੱਤਰ ਆਤਮਾ ਵੀ ਹੈ। ਜਿਹੜੀਆਂ ਸਿਫਤਾਂ ਪਰਮੇਸ਼ਰ ਵਿੱਚ ਹੋਣੀਆਂ ਚਾਹੀਦੀਆਂ ਹਨ ਉਹ ਸਭ ਪ੍ਰਭੂ ਯਿਸੂ ਮਸੀਹ ਵਿੱਚ ਹਨ ਅਤੇ ਤੁਸੀਂ ਉਸ ਵਿੱਚ ਸੰਪੂਰਨ ਹੋ ਗਏ ਹੋ। ਸੋ ਯਾਦ ਰੱਖੋ, ਇਹਨਾਂ ਗੱਲਾਂ ਨੂੰ ਯਾਦ ਰੱਖੋ। ਹੁਣ ਪ੍ਰਭੂ ਯਿਸੂ ਮਸੀਹ ਦੀ ਦੇਹਧਾਰੀ ਹੋਣ ਸਭ ਕੁਝ ਆਪਾਂ ਜਾਣਿਆ। ਹੁਣ ਅਸੀਂ ਚੱਲਦੇ ਹਾਂ, ਸਾਡੇ ਲਈ ਜਾਨ ਦੇਣ ਵਾਲੇ ਵੀ ਬਾਈਬਲ ਦੱਸਦੀ ਹੈ ਕਿ ਯਹੋਵਾ ਪਿਤਾ ਜੀ ਹਨ, ਜਿਨ੍ਹਾਂ ਨੇ ਸਾਨੂੰ ਆਪਣੇ ਪਵਿੱਤਰ ਖੂਨ ਨਾਲ ਮੁੱਲ ਲਿਆ ਹੈ। ਸਭ ਤੋਂ ਪਹਿਲਾਂ ਅਸੀਂ ਇਸ ਗੱਲ ਨੂੰ ਜਾਣਦੇ ਹਾਂ ਕਿ ਉਹਨਾਂ ਨੇ ਪੁਰਾਣੇ ਅਧਨਾਮੇ ਵਿੱਚ ਪੜ੍ਹੀਏ ਤਾਂ ਨਵੇਂ ਅਧਨਾਮੇ ਵਿੱਚ ਵੀ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਮੂਸਾ ਨਬੀ ਨੂੰ ਆਖਿਆ, ਆਪਣੇ ਸੇਵਕ ਨੂੰ ਆਖਿਆ, ਜੇ ਕੂਚ 20:1 ਪੜ੍ਹੀਏ, ਮੈਂ ਪ੍ਰਭੂ ਯਿਸੂ ਜੀ ਕਹਿੰਦੇ, ਮੈਂ ਯਹੋਵਾ ਤੇਰਾ ਪਰਮੇਸ਼ਰ ਹਾਂ, ਜਿਹੜਾ ਤੈਨੂੰ ਮਿਸਰ ਦੀ ਗੁਲਾਮੀ ਵਿੱਚੋਂ ਕੱਢ ਲਿਆ ਹਾਂ। ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ। ਤੂੰ ਆਪਣੇ ਲਈ ਉਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਦੀ ਸੂਰਤ ਜਿਹੜੀ ਉੱਪਰ ਆਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਧਰਤੀ ਦੇ ਪਾਣੀਆਂ ਵਿੱਚ ਹੈ। ਨਾ ਤੂੰ ਉਹਨਾਂ ਦੇ ਅੱਗੇ ਮੱਥਾ ਟੇਕ, ਨਾ ਉਹਨਾਂ ਦੀ ਪੂਜਾ ਕਰ, ਕਿਉਂ ਜੋ ਮੈਂ ਯਹੋਵਾ ਤੇਰਾ ਪਰਮੇਸ਼ਰ ਅਣਖ ਵਾਲਾ ਹਾਂ, ਜਿਹੜਾ ਪਿਓ ਦਾਦਿਆਂ ਦੀ ਬੁਰਾਈ ਨੂੰ ਬੱਚਿਆਂ ਉੱਤੇ ਅਤੇ ਆਪਣੀ ਵੈਰੀ ਤੀਜੀ ਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ, ਪਰ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਪ੍ਰੀਤ ਪਾਲਦੇ ਹਨ ਅਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ, ਦਇਆ ਕਰਦਾ ਹਾਂ। ਯਾਦ ਰੱਖੋ, ਜਿਹੜੇ ਨਫ਼ਰਤ ਕਰਦੇ ਹਨ, ਵੈਰ ਕਰਦੇ ਹਨ, ਉਹਨਾਂ ਤੇ ਉਹ ਕੀ ਹੈ, ਬੁਰਾਈ ਲਿਆਉਂਦੇ ਹਨ ਤੀਜੀ ਤੋਂ ਚੌਥੀ ਪੀੜ੍ਹੀ ਤੀਕਰ, ਪਰ ਹਜ਼ਾਰਾਂ ਉੱਤੇ ਜਿਹੜੇ ਉਸ ਦੇ ਨਾਲ ਪ੍ਰੇਮ ਪਿਆਰ ਕਰਦੇ ਹਨ ਜਾਂ ਪਾਲਦੇ ਹਨ ਅਤੇ ਪ੍ਰਭੂ ਯਿਸੂ ਦੇ ਹੁਕਮ ਜੋ ਪਰਮੇਸ਼ਰ ਹੁਕਮ ਨੂੰ ਮੰਨਦੇ ਹਨ ਉੱਤੇ ਉਹ ਦਇਆ ਕਰਦੇ ਹਨ। ਉਹ ਕੌਣ ਹਨ? ਉਹ ਹਨ ਜਿਹੜੇ ਆਪਣੇ ਲੋਕਾਂ ਨੂੰ, ਇਸਰਾਏਲੀਆਂ ਨੂੰ ਮਿਸਰ ਦੇਸ਼ ਦੀ ਗੁਲਾਮੀ ਵਿੱਚੋਂ ਕੱਢ ਕੇ ਲਿਆਏ ਹਨ, ਜਿਸ ਦਾ ਸਬੂਤ ਸਾਨੂੰ ਫਿਰ ਪੌਲ ਰਸੂਲ ਦੇ ਪੱਤਰੀਆਂ ਵਿੱਚ ਲਿਖਿਆ ਮਿਲਦਾ ਹੈ। ਪੌਲ ਰਸੂਲ ਜੀ ਪਹਿਲਾ ਜਿਹੜੇ ਹੈਗਾ ਕੁਰਾਂਤੀਆਂ ਉਸ ਦੀ 10ਵਾਂ ਚੈਪਟਰ ਦੀ 1 ਤੋਂ 11 ਵਿੱਚ ਲਿਖਦੇ ਹਨ ਕਿ ਮਿਸਰ ਵਿੱਚੋਂ ਨਿਕਲਣ ਦੇ ਸਮੇਂ ਸਾਡੇ ਵੱਡਿਆਂ ਸਭਨਾਂ ਨੇ ਹੀ ਇੱਕੋ ਹੀ ਆਤਮਕ ਭੋਜਨ ਖਾਧਾ ਅਤੇ ਇੱਕੋ ਹੀ ਆਤਮਕ ਜਲ ਪੀਤਾ। ਉਹਨਾਂ ਨੇ ਉਸ ਪੱਥਰ ਤੋਂ ਆਤਮਕ ਜਲ ਪੀਤਾ ਜਿਹੜਾ ਉਹਨਾਂ ਦੇ ਨਾਲ ਚੱਲਦਾ ਸੀ ਅਤੇ ਉਹ ਮਸੀਹ ਪ੍ਰਭੂ ਹੈ ਸੀ। ਯਾਦ ਰੱਖੋ, ਕਿਉਂਕਿ ਪ੍ਰਭੂ ਯਿਸੂ ਜੀ ਅੱਜ ਤੋਂ ਨਹੀਂ, ਨਾਲ ਯਿਸੂ ਜੀ ਮੀਨ ਮਸੀਹ ਯਹੋਵਾ ਪਰਮੇਸ਼ਰ ਜੀ ਅੱਜ ਤੋਂ ਨਹੀਂ, ਉਹ ਸ਼ੁਰੂ ਤੋਂ ਹਨ, ਕਿਉਂਕਿ ਉਹਨਾਂ ਨੇ ਆਖਦੇ ਹਨ ਕਿ ਅਲਫਾ ਓਮੇਗਾ, ਪਹਿਲਾ ਪਿਛਲਾ ਆਦ ਅਤੇ ਅੰਤ ਮੈਂ ਹਾਂ।
ਜੋ ਹੈ ਸੀ, ਜੋ ਹੈ ਤੇ ਜੋ ਫਿਰ ਆਉਣ ਵਾਲਾ, ਇਹ ਸ਼ਬਦ ਸਰਬ ਸ਼ਕਤੀਮਾਨ ਪਰਮੇਸ਼ਰ ਯਿਸੂ ਮਸੀਹ ਜੀ ਦੇ ਹਨ। ਇਸ ਲਈ ਮੂਸਾ ਫਿਰ ਲਿਖਦਾ ਹੈ, ਜੇ ਅਸੀਂ ਜਿਹੜਾ ਹੈ ਵਿਵਸਥਾ ਸਾਰ ਉਹਦੀ 4:35 ਤੋਂ 39 ਤੱਕ ਪੜ੍ਹੀਏ ਤਾਂ ਮੂਸਾ ਬਿਆਨ ਕਰਦਾ ਹੈ, ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਨੇ ਬੇਪਤੀਤਿਆਂ ਨੂੰ ਇਸ ਗੱਲ ਦਾ ਆਖਿਆ ਸੀ ਕਿ ਜੇ ਤੁਸੀਂ ਮੂਸਾ ਦੀ ਪ੍ਰਤੀਤ ਕਰਦੇ, ਮੇਰੀ ਵੀ ਪ੍ਰਤੀਤ ਕਰਦੇ, ਕਿਉਂਕਿ ਮੂਸਾ ਨੇ ਮੇਰੇ ਹੀ ਹੱਕ ਵਿੱਚ ਲਿਖਿਆ ਸੀ। ਸੋ ਜੋ ਕੁਝ ਮੂਸਾ ਨੇ ਲਿਖਿਆ ਸਭ ਕੁਝ ਮਸੀਹ ਪ੍ਰਭੂ ਦੇ ਬਾਰੇ ਵਿੱਚ ਲਿਖਿਆ ਹੋਇਆ ਹੈ। ਫਿਰ ਮੂਸਾ ਨਬੀ ਵਿਵਸਥਾ ਸਾਰ 4:35 ਤੋਂ 39 ਵਿੱਚ ਲਿਖਦਾ ਹੈ, ਯਹੋਵਾ ਉਹੀ ਪਰਮੇਸ਼ਰ ਹੈ ਜਿਹਦੇ ਬਿਨਾ ਹੋਰ ਕੋਈ ਹੈ ਹੀ ਨਹੀਂ। ਉਸਨੇ ਤੁਹਾਡੇ ਪਿਓ ਦਾਦਿਆਂ ਨਾਲ ਪ੍ਰੇਮ ਰੱਖਿਆ, ਉਸਨੇ ਉਹਨਾਂ ਦੇ ਪਿੱਛੋਂ ਉਹਨਾਂ ਦੀ ਅੰਸ਼ ਨੂੰ ਚੁਣਿਆ ਅਤੇ ਤੁਹਾਨੂੰ ਮਿਸਰ ਤੋਂ ਆਪਣੀ ਵੱਡੀ ਸ਼ਕਤੀ ਨਾਲ ਕੱਢ ਲਿਆਂਦਾ, ਤਾਂ ਜੋ ਤੁਹਾਡੇ ਅੱਗੋਂ ਉਹ ਵੱਡੀਆਂ ਕੌਮਾਂ ਨੂੰ ਕੱਢੇ ਅਤੇ ਤੁਹਾਨੂੰ ਅੰਦਰ ਲਿਆਵੇ ਅਤੇ ਉਹਨਾਂ ਦੀ ਧਰਤੀ ਮਿਲਕ ਵਿੱਚ ਤੁਹਾਨੂੰ ਦੇਵੇ। ਇਸ ਲਈ ਇਸ ਦਿਨ ਨੂੰ ਜਾਣੋ ਅਤੇ ਆਪਣੇ ਹਿਰਦਿਆਂ ਵਿੱਚ ਰੱਖੋ ਭਈ ਯਹੋਵਾ ਹੀ ਉੱਤੇ ਆਕਾਸ਼ ਵਿੱਚ, ਆਕਾਸ਼ ਵਿੱਚ ਹੋਰ ਕੋਈ ਨਹੀਂ ਹੈ, ਉਹੀ ਮਸੀਹ ਪ੍ਰਭੂ ਉੱਤੇ ਆਕਾਸ਼ ਵਿੱਚ ਅਤੇ ਤਾਂ ਧਰਤੀ ਉੱਤੇ ਪਰਮੇਸ਼ਰ ਹੈ, ਹੋਰ ਕੋਈ ਹੈ ਹੀ ਨਹੀਂ। ਜਿਸ ਦਾ ਸਬੂਤ ਫਿਰ ਪ੍ਰਭੂ ਯਿਸੂ ਜੀ ਮਸੀਹ ਜੀ ਜਿਹੜੇ ਹੈ ਉਹ ਯਹੂਨਾ 3:13 ਵਿੱਚ ਆਖਦੇ ਹਨ ਕਿ ਕੋਈ ਵੀ ਸੁਰਗ ਨੂੰ ਨਹੀਂ ਚੜਿਆ, ਪਰ ਉਹ ਜਿਹੜਾ ਸੁਰਗ ਤੋਂ ਉਤਰਿਆ ਅਰਥਾਤ ਮਨੁੱਖ ਦਾ ਪੁੱਤਰ ਜਿਹੜਾ ਪਰਮੇਸ਼ਰ ਹੁੰਦਿਆਂ ਮਨੁੱਖ ਬਣਿਆ, ਉਹ ਹੀ ਹੁਣ ਉਹ ਹੀ ਉੱਤੇ ਆਕਾਸ਼ ਵਿੱਚ ਹੈ ਜਾਂ ਸਵਰਗ ਵਿੱਚ ਹੈ। ਇਸ ਲਈ ਪ੍ਰਭੂ ਯਿਸੂ ਜੀ ਫਿਰ ਆਖਦੇ ਹਨ ਕਿ ਜੋ ਕੋਈ ਮੇਰੇ ਬਚਨਾਂ ਨੂੰ ਮੰਨੇਗਾ, ਮੈਨੂੰ ਪਿਆਰ ਕਰੇਗਾ, ਮੇਰਾ ਪਿਤਾ ਨੂੰ ਪਿਆਰ ਕਰੇਗਾ ਅਤੇ ਅਸੀਂ ਉਹਦੇ ਕੋਲ ਆਵਾਂਗੇ ਅਤੇ ਉਹਦੇ ਨਾਲ ਵਾਸ ਕਰਾਂਗੇ। ਜਿੱਥੇ ਪ੍ਰਭੂ ਯਿਸੂ ਜੀ ਆ ਜਾਂਦੇ ਹਨ ਉੱਥੇ ਪਰਮੇਸ਼ਰ ਸਾਈ ਦੀ ਸਾਰੀ ਭਰਪੂਰੀ ਆਪ ਵਸਦੀ ਹੈ। ਇਸ ਦਾ ਸਬੂਤ ਸਾਨੂੰ ਜ਼ਬੂਰਾਂ ਵਿੱਚ ਲਿਖਿਆ ਦਾਊਦ ਨਬੀ ਦੇ ਜਵਾਨੀ ਜ਼ਬੂਰ 139:7-13 ਵਿੱਚ ਮਿਲਦਾ ਹੈ। ਲਿਖਦੇ ਨੇ ਜ਼ਬੂਰ ਨਵੀਸ਼ ਦਾਊਦ ਜੀ, ਹੇ ਯਹੋਵਾ ਮੈਂ ਤੇਰੇ ਆਤਮਾ ਤੋਂ ਕਿੱਧਰ ਜਾਵਾਂ ਅਤੇ ਤੇਰੇ ਹਜ਼ੂਰੀ ਤੋਂ ਕਿੱਧਰ ਨੱਠਾਂ। ਜੇ ਮੈਂ ਆਕਾਸ਼ ਉੱਤੇ ਚੜ ਜਾਵਾਂ ਤੂੰ ਉੱਥੇ ਹੈ, ਜੇ ਮੈਂ ਪਤਾਲ ਵਿੱਚ ਬਿਸਤਰਾ ਵਿਛਾਵਾਂ ਵੇਖ ਤੂੰ ਉੱਥੇ ਹੈ। ਤੈਂ ਤਾਂ ਮੇਰੇ ਅੰਦਰਲੇ ਅੰਗ ਰਚੇ, ਤੈਂ ਮੇਰੀ ਮਾਂ ਦੀ ਕੁੱਖ ਵਿੱਚ ਮੈਨੂੰ ਢੱਕਿਆ। ਸੋ ਯਾਦ ਰੱਖੋ ਸਾਡਾ ਰਚਣ ਵਾਲਾ ਹਰ ਜਗ੍ਹਾ ਤੇ ਹੈ, ਅਸਮਾਨ ਤੇ ਵੀ ਹੈ, ਜ਼ਮੀਨ ਤੇ ਵੀ ਹੈ, ਸਮੁੰਦਰੋਂ ਪਾਰ ਵੀ ਹੈ, ਸਮੁੰਦਰੋਂ ਔਲਾਦ ਵੀ ਹੈ, ਹਨੇਰੇ ਵਿੱਚ ਵੀ ਹੈ, ਚਾਨਣ ਵਿੱਚ ਵੀ ਹੈ। ਇਸ ਲਈ ਮੂਸਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਇਸ ਦਿਨ ਨੂੰ ਜਾਣੋ ਅਤੇ ਆਪਣੇ ਹਿਰਦਿਆਂ ਵਿੱਚ ਰੱਖੋ ਭਈ ਯਹੋਵਾ ਹੀ ਉੱਤੇ ਆਕਾਸ਼ ਵਿੱਚ ਅਤੇ ਧਰਤੀ ਉੱਤੇ ਪਰਮੇਸ਼ਰ ਹੈ, ਹੋਰ ਕੋਈ ਹੈ ਹੀ ਨਹੀਂ। ਪਰ ਕਈ ਅਣਜਾਣੇ ਵਿੱਚ ਜਦੋਂ ਉਤਪਤ 1:26 ਪੜ੍ਹਦੇ ਹਨ ਤਾਂ ਉਸ ਨੂੰ ਆਖਦੇ ਹਨ ਕਿ ਪਰਮੇਸ਼ਰ ਨੇ ਮੂਸਾ ਨੂੰ ਆਖਿਆ ਸੀ ਕਿ ਆਓ ਅਸੀਂ ਮਨੁੱਖ ਨੂੰ, ਆਦਮੀ ਨੂੰ ਆਪਣੇ ਸਰੂਪ ਉੱਤੇ ਆਪਣੇ ਵਰਗਾ ਬਣਾਈਏ। ਇਸ ਲਈ ਬਹੁਤ ਸਾਰੇ ਲੋਕ ਪਰਮੇਸ਼ਰ ਜੀ ਦੇ ਪੂਰਨ ਗਿਆਨ ਨਾ ਰੱਖਦੇ ਹੋਏ ਇਸ ਨਤੀਜੇ ਤੱਕ ਆਪਣੇ ਆਪ ਨੂੰ ਦੱਸਦੇ, ਆਪਣੇ ਗਿਆਨ ਨੂੰ ਵੱਡਾ ਦੱਸਦੇ ਹੋਏ ਆਪਣੇ ਆਪ ਨੂੰ ਮੂਸਾ, ਪੌਲ ਰਸੂਲ, ਯਹੂਨਾ ਰਸੂਲ ਔਰ ਬਾਕੀ ਦੇ ਰਸੂਲਾਂ ਅਤੇ ਯਹੂਨਾ ਨਬੀ ਤੋਂ ਵੱਡਾ ਸਮਝਦੇ ਹੋਏ ਜਾਂ ਆਪਣੇ ਗਿਆਨ ਨੂੰ ਵੱਡਾ ਸਮਝਦੇ ਹੋਏ ਇਹਨਾਂ ਗੱਲਾਂ ਦੇ ਹੇਰ ਫੇਰ ਚ ਚਲੇ ਜਾਂਦੇ ਹਨ ਕਿ ਪ੍ਰਭੂ ਯਿਸੂ ਮਸੀਹ ਪਰਮੇਸ਼ਰ ਤੇ ਨਨ ਪਿਤਾ ਹੋਰ ਕੋਈ ਹੈ, ਪੁੱਤਰ ਹੋਰ ਕੋਈ ਹੈ ਅਤੇ ਪਵਿੱਤਰ ਆਤਮਾ ਹੋਰ ਕੋਈ ਹੈ। ਇਸ ਲਈ ਪਰ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਬਚਨ ਵਿੱਚ ਇਸ ਗੱਲ ਦਾ ਸਬੂਤ ਮਿਲਦਾ ਹੈ ਕਿ ਪ੍ਰਭੂ ਯਿਸੂ ਮਸੀਹ ਵਿੱਚ ਈਸ਼ਵਰਤਾ ਦੀ ਸਾਰੀ ਭਰਪੂਰੀ ਦੇਹ ਧਾਰੀ ਹੋ ਕੇ ਵਸਦੀ ਹੈ। ਸੋ ਜੋ ਕੋਈ ਪ੍ਰਭੂ ਯਿਸੂ ਨੂੰ ਵੇਖਦਾ ਹੈ ਉਹ ਪਰਮੇਸ਼ਰ ਪਿਤਾ ਨੂੰ ਦੇਖਦਾ ਹੈ। ਜੋ ਕੋਈ ਇਸ ਲਈ ਸਾਨੂੰ ਬੜੇ ਧਿਆਨ ਨਾਲ ਜੋ ਕੋਈ ਉਸਦੇ ਬਚਨਾਂ ਦਾ ਪ੍ਰਚਾਰ ਕਰਦਾ ਹੈ ਜਾਂ ਅਮਲ ਕਰਦਾ ਹੈ ਤਾਂ ਉਸ ਨੂੰ ਇਸ ਗੱਲ ਦਾ ਗਿਆਨ ਹੋਣਾ ਚਾਹੀਦਾ ਹੈ, ਕਿਉਂਕਿ ਮੂਸਾ ਫਿਰ ਲਿਖਦਾ ਹੈ
ਜੇ ਅਸੀਂ ਵਿਵਸਥਾ ਸਾਰਪਤੀ ਦੀ 3 ਤੋਂ 6 ਵਿੱਚ ਪੜ੍ਹੀਏ ਤਾਂ ਮੂਸਾ ਲਿਖਦਾ ਕਿ ਮੈਂ ਤਾਂ ਯਹੋਵਾ ਦੇ ਨਾਮ ਦਾ ਪ੍ਰਚਾਰ ਕਰਾਂਗਾ। ਉਹ ਚਟਾਨ ਹੈ, ਠੀਕ ਹੈ, ਉਸ ਦੀ ਕਰਨੀ ਪੂਰੀ ਹੈ। ਉਹ ਸੱਚਾ ਤੇ ਧਰਮੀ ਪਰਮੇਸ਼ਰ ਹੈ, ਉਸ ਵਿੱਚ ਬਰਿਆਈ ਨਹੀਂ ਪਾਈ ਜਾਂਦੀ। ਹੇ ਮੂੜ ਅਤੇ ਮਾਤੀ, ਆਪਣੇ ਜਿਹੜੇ ਲੋਕ ਅੰਧ ਵਿਸ਼ਵਾਸੀ ਜਾਂ ਉਸ ਟਾਈਮ ਦੇ ਇਸਰਾਏਲੀ ਜਿਹੜੇ ਵਿਗੜ ਜਾਂਦੇ ਸੀ, ਉਹਨਾਂ ਨੂੰ ਆਖਦੇ ਨੇ ਕਿ ਲਿਖਦੇ ਨੇ ਕਿ ਹੇ ਮੂੜ ਅਤੇ ਮਾਤੀਨ ਪ੍ਰਜਾ ਕੀ ਯਹੋਵਾ ਤੁਹਾਡਾ ਪਿਤਾ ਨਹੀਂ, ਜਿਸ ਨੇ ਤੁਹਾਨੂੰ ਮੁੱਲ ਲਿਆ, ਜਿਸ ਨੇ ਤੁਹਾਨੂੰ ਬਣਾਇਆ ਤੇ ਕਾਇਮ ਕੀਤਾ। ਸੋ ਪਵਿੱਤਰ ਬਾਈਬਲ ਵਾਰ-ਵਾਰ ਗਵਾਹੀ ਦਿੰਦੀ ਹੈ ਕਿ ਸਾਨੂੰ ਬਣਾਉਣ ਵਾਲਾ ਅਤੇ ਸਾਨੂੰ ਆਪਣੇ ਪਵਿੱਤਰ ਖੂਨ ਨਾਲ ਮੁੱਲ ਖਰੀਦਣ ਵਾਲਾ ਇੱਕ ਹੀ ਪਰਮੇਸ਼ਰ ਯਹੋਵਾ ਪਿਤਾ ਮਸੀਹ ਹੈ, ਜਿਸ ਦੀ ਗਵਾਹੀ ਸਾਨੂੰ ਵਾਰ-ਵਾਰ ਨਵੇਂ ਐਲਾਨਨਾਮੇ ਵਿੱਚ ਪੌਲੁਸ ਲਿਖਦਾ ਹੈ। ਫਿਰ ਲਿਖਦਾ ਹੈ ਕਿ ਇੱਕੋ ਹੀ ਪਰਮੇਸ਼ਰ ਅਤੇ ਪਿਤਾ ਸਭਨਾਂ ਦਾ ਹੈ, ਜੋ ਸਭਨਾਂ ਦੇ ਉੱਤੇ, ਸਭਨਾਂ ਦੇ ਦਰਮਿਆਨ ਅਤੇ ਸਭਨਾਂ ਦੇ ਅੰਦਰ ਹੈ। ਫਿਰ ਅਫਸੀਆਂ 5:20 ਵਿੱਚ ਆਪਣੇ ਪੌਲੁਸ ਜੀ ਲਿਖਦੇ ਹਨ, ਸੋ ਤੁਸੀਂ ਸਭਨਾਂ ਗੱਲਾਂ ਲਈ ਸਦਾ ਪਿਤਾ ਪਰਮੇਸ਼ਰ ਦਾ ਧੰਨਵਾਦ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਕਰੋ। ਸੋ ਯਾਦ ਰੱਖੋ, ਨਬੀ, ਰਸੂਲ ਅਤੇ ਪ੍ਰਭੂ ਯਿਸੂ ਜੀ ਇਹਨਾਂ ਗੱਲਾਂ ਦੀ ਗਵਾਹੀ ਦਿੰਦੇ ਹਨ ਪਵਿੱਤਰ ਬਾਈਬਲ ਵਿੱਚ ਕਿ ਪ੍ਰਭੂ ਯਿਸੂ ਮਸੀਹ ਹੀ ਸਭ ਕੁਝ ਹੈ। ਜਿਵੇਂ ਜੇ ਅਸੀਂ ਪੜ੍ਹੀਏ ਕੁਲਸੀਆਂ 3:11 ਵਿੱਚ ਲਿਖਿਆ ਹੈ, ਉੱਥੇ ਨਾ ਕੋਈ ਯਹੂਦੀ, ਨਾ ਯੂਨਾਨੀ, ਨਾ ਮਰਦ, ਨਾ ਔਰਤ, ਨਾ ਸਦੂਕੀ, ਨਾ ਮਦੂਕੀ, ਇਹ ਸਭ ਉੱਥੇ ਸਭ ਕੀ ਹੈ? ਸਭ ਦਾ ਸਭ ਪ੍ਰਭੂ ਯਿਸੂ ਮਸੀਹ ਸਭ ਕੁਝ ਹੈ ਅਤੇ ਸਭਨਾਂ ਦੇ ਵਿੱਚ ਹੈ। ਕੁਲਸੀਆਂ 3:11। ਇਸ ਲਈ ਫਿਰ ਪੌਲੁਸ ਜੀ ਕੁਲਸੀਆਂ 3:16-17 ਵਿੱਚ ਲਿਖਦੇ ਹਨ ਕਿ ਮਸੀਹ ਦਾ ਵਚਨ, ਕਿਹੜਾ? ਮਸੀਹ ਦੀ ਸਿੱਖਿਆ, ਮਸੀਹ ਦੀ ਸਿੱਖਿਆ ਜਿਹੜੀ ਹੈ, ਮਸੀਹ ਦਾ ਵਚਨ ਵਿੱਚ ਜਿਹੜਾ ਹੈ ਸਾਡੇ ਵਿੱਚ ਬਹੁਤਾ ਕਰਕੇ ਬੁੱਧ ਦੇ ਨਾਲ ਵਸਣਾ ਚਾਹੀਦਾ ਹੈ, ਤਾਂ ਜੋ ਵਸਣਾ ਚਾਹੀਦਾ ਹੈ ਅਤੇ ਸਾਨੂੰ ਜਿਹੜਾ ਹੈ ਭਜਨਾਂ, ਜ਼ਬੂਰਾਂ ਅਤੇ ਆਤਮਿਕ ਗੀਤਾਂ ਦੁਆਰਾ ਉਪਦੇਸ਼ ਕਰਨਾ ਚਾਹੀਦਾ ਹੈ ਅਤੇ ਜੋ ਕੁਝ ਅਤੇ ਇੱਕ ਦੂਜੇ ਨੂੰ ਉਪਦੇਸ਼ ਦੇਣਾ ਚਾਹੀਦਾ ਹੈ। ਕਾਹਦੇ ਤੋਂ? ਭਜਨਾਂ, ਆਤਮਿਕ ਗੀਤਾਂ ਅਤੇ ਜ਼ਬੂਰਾਂ ਰਾਹੀਂ ਸਾਨੂੰ ਗਿਆਨ ਉਪਦੇਸ਼ ਦੇਣਾ ਚਾਹੀਦਾ ਹੈ ਤੇ ਚਿਤਾਰਨਾ ਚਾਹੀਦਾ ਹੈ ਕਿ ਜ਼ਬੂਰਾਂ ਵਿੱਚ ਤੁਰੇਤ ਵਿੱਚ ਜਾਂ ਪਵਿੱਤਰ ਬਾਈਬਲ ਵਿੱਚ ਜੋ ਕੁਝ ਲਿਖਿਆ ਹੈ ਉਹ ਸੱਚ ਹੈ, ਉਸ ਦੇ ਬਾਰੇ ਸਾਨੂੰ ਇੱਕ ਦੂਜੇ ਨੂੰ ਚੇਤਾਵਨੀ ਦੇਣੀ ਚਾਹੀਦੀ ਹੈ। ਇਹ ਹੈ ਮੂਸਾ ਦਾ। ਫਿਰ ਜੇ ਅਸੀਂ ਨਵੇਂ ਆਦ ਵਿੱਚ ਜਾਈਏ ਤਾਂ ਮਤੀ ਰਸੂਲ ਲਿਖਦਾ ਹੈ, ਜੇ ਅਸੀਂ ਮਤੀ 26:14-16 ਪੜ੍ਹੀਏ ਤੇ ਉਸ ਤੋਂ ਬਾਅਦ 27:1-10 ਪੜ੍ਹੀਏ ਤਾਂ ਲਿਖਿਆ, ਪ੍ਰਭੂ ਯਿਸੂ ਮਸੀਹ ਦੇ 12 ਚੇਲਿਆਂ ਵਿੱਚੋਂ ਇੱਕ ਨੇ, ਜਿਹਦਾ ਨਾਂ ਯਹੂਦਾ ਇਸਕਰਿਓਤੀ ਸੀ, ਪ੍ਰਧਾਨ ਜਾਜਕਾਂ ਕੋਲ ਜਾ ਕੇ ਆਖਿਆ ਕਿ ਜੇ ਮੈਂ ਯਿਸੂ ਨੂੰ ਤੁਹਾਨੂੰ ਫੜਾ ਦਿਆਂ ਤਾਂ ਮੈਨੂੰ ਕੀ ਦਿਓਗੇ? ਤੁਹਾਡੇ ਹੱਥ ਫੜਾ ਦਿਆਂ ਤਾਂ ਉਹਨਾਂ ਨੇ ਤੋਲ ਕੇ ਉਹਨੂੰ 30 ਰੁਪਏ ਦੇ ਦਿੱਤੇ, ਜਿਸ ਦਾ ਸਬੂਤ ਸਾਨੂੰ ਦਿਸਦਾ ਗੰਭਾਗ ਸਾਨੂੰ ਯਹੋਵਾ ਪਰਮੇਸ਼ਰ ਦੇ ਰਾਹੀਂ ਪਹਿਲਾਂ ਹੀ ਜਿਹੜਾ ਜ਼ਕਰਯਾ ਨਬੀ ਦੀ ਜਵਾਨੀ, ਜ਼ਕਰਯਾ ਦੀ ਪੋਥੀ 11 ਚੈਪਟਰ ਦੇ 12 ਤੇ 13 ਵਿੱਚ ਲਿਖਿਆ ਮਿਲਦਾ ਹੈ। ਲਿਖਿਆ ਹੈ ਕੀ ਗੰਭ ਆਖਿਆ? ਮੈਂ ਉਹਨਾਂ ਨੂੰ ਆਖਿਆ ਕਿ ਜੇ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤਾਂ ਮੇਰੀ ਮਜ਼ਦੂਰੀ ਮੈਨੂੰ ਦਿਓ, ਨਹੀਂ ਤਾਂ ਨਾ ਸੀ। ਉਹਨਾਂ ਨੇ ਤੋਲ ਕੇ 30 ਰੁਪਏ ਮੇਰੀ ਮਜ਼ਦੂਰੀ ਮੈਨੂੰ ਦਿੱਤੇ। ਤਾਂ ਯਹੂਦਾ ਇਸਕਰਿਓਤੀ ਨੂੰ ਯਿਸੂ ਨੂੰ ਉਹਨਾਂ ਦੇ ਹੱਥ ਫੜਵਾ ਦਿੱਤਾ। ਯਹੂਦਾ ਜਿਹਨੇ ਯਿਸੂ ਨੂੰ ਫੜਵਾਇਆ ਸੀ, ਇਹ ਵੇਖ ਕੇ ਜੋ ਯਿਸੂ ਤੇ ਮੌਤ ਦਾ ਹੁਕਮ ਹੋ ਗਿਆ, ਪਛਤਾਇਆ ਤੇ 30 ਰੁਪਏ ਮੋੜ ਲਿਆਇਆ ਪ੍ਰਧਾਨ ਜਾਜਕਾਂ ਕੋਲ ਅਤੇ ਉਹ ਬੋਲਿਆ ਕਿ ਮੈਂ ਪਾਪ ਕੀਤਾ ਜੋ ਨਿਰਦੇਸ਼ ਦੇ ਨੂੰ ਫੜਵਾ ਦਿੱਤਾ। ਪਰ ਉਹ ਬੋਲੇ, ਸਾਨੂੰ ਕੀ ਤੂੰ ਜਾਣ? ਤੇ ਯਹੂਦਾ ਇਸਕਰਿਓਤੀ ਉਹਨਾਂ ਰੁਪਈਆਂ ਨੂੰ ਹੈਕਲ ਵਿੱਚ ਸੁੱਟ ਕੇ ਚਲੇ ਗਿਆ ਅਤੇ ਜਾ ਕੇ ਆਪੇ ਫਾ ਲੈ ਲਿਆ। ਤਾਂ ਪ੍ਰਧਾਨ ਜਾਜਕਾਂ ਨੇ ਉਹ ਰੁਪਈਏ ਲਾ ਕੇ ਆਖਿਆ ਕਿ ਇਹਨਾਂ ਨੂੰ ਖਜ਼ਾਨੇ ਵਿੱਚ ਪਾਉਣਾ ਯੋਗ ਨਹੀਂ, ਕਿਉਂਕਿ ਲਹੂ ਦਾ ਮੁੱਲ ਹੈ। ਤਾਂ ਉਹਨਾਂ ਨੇ ਮਤਾ ਕਰਕੇ ਉਹਨਾਂ 30 ਰੁਪਈਆਂ ਨੇ ਇੱਕ ਮਿਆਦ ਦਾ ਖੇਤ ਪਰਦੇਸੀਆਂ ਦੇ ਦੱਬਣ ਲਈ ਮੁੱਲ ਲਿਆ। ਤਦ ਜ਼ਕਰਯਾ ਨਬੀ ਦੇ ਰਾਹੀਂ ਲਿਖਿਆ ਗੰਭਾਗ ਜਾਂ ਪਰਮੇਸ਼ਰ ਯਹੋਵਾ ਦਾ ਆਖਿਆ ਹੋਇਆ ਇਹ ਵਾਕ ਜੋ ਜ਼ਕਰਯਾ ਦੇ ਨਬੀ ਰਾਹੀਂ ਪੂਰਾ ਹੋਇਆ ਕਿ ਯਹੋਵਾ ਨੇ ਮੈਨੂੰ ਆਖਿਆ ਇਹਨਾਂ ਰੁਪਇਆਂ ਨੂੰ ਮਿਆਦ ਦੇ ਅੱਗੇ ਸੁੱਟੇ, ਅਰਥਾਤ ਉਸ ਵੱਡੇ ਮੁੱਲ ਨੂੰ ਜਿਹੜਾ ਉਹਨਾਂ ਦੀ ਵੱਲੋਂ ਮੇਰਾ ਮੁੱਲ ਪਿਆ ਸੀ। ਮੇਰਾ ਕਿਹੜਾ? ਯਹੋਵਾ ਦਾ ਮੁੱਲ ਪਿਆ। ਮੈਂ ਉਹ ਤਵੇ ਲੈ ਕੇ ਯਹੋਵਾ ਦੇ ਭਵਨ ਵਿੱਚ ਘੁਮਿਆਰ ਕੇ ਸੁੱਟ ਤੇ ਜਿਵੇਂ ਯਹੋਵਾ ਨੇ ਮੈਨੂੰ ਆਗਿਆ ਕੀਤੀ। ਠੀਕ ਹੈ,
ਪਰ ਇਹ ਸਭ ਕੁਝ ਕਿਹਦੇ ਵਿੱਚ ਪੂਰਨ ਹੋਇਆ? ਮਸੀਹ ਪ੍ਰਭੂ ਯਿਸੂ ਦੇ ਵਿੱਚ ਪੂਰਨ ਹੋਇਆ। ਜੋ ਮਸੀਹ ਪ੍ਰਭੂ ਸਾਨੂੰ ਸਾਡੇ ਬਣਾਉਣ ਵਾਲੇ ਪਿਤਾ ਨੇ ਅਤੇ ਸਾਨੂੰ ਮੁੱਲ ਖਰੀਦਣ ਵਾਲੇ ਪਰਮੇਸ਼ਰ ਪਿਤਾ ਹਨ। ਇਸ ਗੱਲ ਦਾ ਸਾਨੂੰ ਜੇ ਹੋਰ ਤੁਸੀਂ ਯਹੂਨਾ ਰਸੂਲ ਦੇ ਰਾਹੀਂ ਪੜ੍ਹਨਾ ਹੈ ਤਾਂ ਯਹੂਨਾ 19 ਚੈਪਟਰ ਨੂੰ ਪੜ੍ਹੋ ਤੇ ਬੜੇ ਅੱਛੇ ਤਰੀਕੇ ਨਾਲ ਲਿਖਿਆ ਕਿ ਜਾਂ ਜਿਹੜਾ ਹੈ ਉਸ ਤੇ ਪਿਲਾਤੁਸ ਨੇ ਜਿਹੜਾ ਹੈ ਪ੍ਰਭੂ ਯਿਸੂ ਮਸੀਹ ਨੂੰ ਸਲੀਬ ਉੱਤੇ ਚੜਾਇਆ ਤੇ ਉਹਨੇ ਇੱਕ ਪੱਤਰੀ ਲਿਖੀ ਕਿ ਯਿਸੂ ਨਾਸੀ ਯਹੂਦੀਆਂ ਦਾ ਬਾਦਸ਼ਾਹ ਹੈ। 10 ਸਿਪਾਹੀਆਂ ਨੇ ਯਿਸੂ ਨੂੰ ਸਲੀਬ ਉੱਤੇ ਚੜਾਇਆ ਤੇ ਉਹਨਾਂ ਨੇ ਕੱਪੜੇ ਆਪਸ ਵਿੱਚ ਵੰਡ ਲਏ ਤੇ ਕੁੱਟੇ ਉੱਤੇ ਗੁਣੇ ਪਾਏ ਅਤੇ ਜਦ ਉਹਨਾਂ ਨੇ ਵੇਖਿਆ ਕਿ ਯਿਸੂ ਮਰ ਗਿਆ, ਉਹਦੀਆਂ ਲੱਤਾਂ ਨਾ ਤੋੜੀਆਂ, 5 ਸਿਪਾਹੀਆਂ ਵਿੱਚੋਂ ਇੱਕ ਨੇ ਉਹਦੀ ਵੱਖੀ ਬਿੰਨੀ। ਤਾਂ ਇਹ ਸਭ ਕੁਝ ਇਸ ਲਈ ਹੋਇਆ ਤਾਂ ਜੋ ਨਬੀਆਂ ਦੇ ਰਾਹੀਂ ਆਖੇ ਆਪਣੇ ਜਿਹੜਾ ਹੈ ਦਾਊਦ ਨਬੀ ਦੇ ਰਾਹੀਂ ਆਖੇ ਬਚਨ ਪੂਰੇ ਹੋਏ। ਕੀ ਆਖਿਆ? ਜਿਹੜੇ ਪਹਿਲੋਂ ਹੀ ਉਹਨੇ ਪੁਰਾਣੇ ਆਦਨਾਮੇ ਵਿੱਚ ਕੰਮ ਕੀਤੇ ਕਿ ਕੁੱਤਿਆਂ ਅਤੇ ਕੁਕਰਮੀਆਂ ਦੀ ਟੋਲੀ ਨੇ ਮੈਨੂੰ ਘੇਰਾ ਪਾ ਲਿਆ ਤੇ ਉਹਨਾਂ ਨੇ ਮੇਰੇ ਹੱਥ ਪੈਰ ਬੰਨ੍ਹ ਸੁੱਟੇ। ਉਹ ਮੇਰੇ ਕੱਪੜੇ ਆਪਸ ਵਿੱਚ ਵੰਡ ਲੈਂਦੇ ਹਨ ਤੇ ਮੇਰੇ ਲਿਬਾਸ ਉੱਤੇ ਗੁਣਾ ਪਾਉਂਦੇ ਹਨ। ਉਹਦੀ ਕੋਈ ਹੱਡੀ ਤੋੜੀ ਨਾ ਗਈ ਜੋ ਆਪਣੇ ਸੇਵਕਾਂ ਦੀ ਜਾਨ ਦਾ ਮੁੱਲ ਦਿੰਦਾ। ਫਿਰ ਇਹ ਤੁਹਾਨੂੰ ਜ਼ਬੂਰ 34 ਦੀ 20 ਤੋਂ 22 ਵਿੱਚ ਲਿਖਿਆ ਮਿਲਦਾ ਹੈ, ਜੋ ਆਪਣੇ ਸੇਵਕਾਂ ਦੀ ਜਾਨ ਦਾ ਮੁੱਲ ਦਿੰਦਾ ਹੈ। ਫਿਰ ਜੋ ਆਖਦਾ, ਮੈਂ ਆਪਣੀ ਪਿੱਠ ਮਾਰਨ ਵਾਲਿਆਂ ਨੂੰ ਅਤੇ ਆਪਣੀਆਂ ਗੱਲਾਂ ਦਾੜੀ ਪੁੱਟਣ ਵਾਲਿਆਂ ਨੂੰ ਦਿੱਤੀਆਂ। ਮੈਂ ਆਪਣਾ ਮੂੰਹ ਸ਼ਰਮ ਤੋਂ ਨਾ ਲੁਕਾਇਆ ਅਤੇ ਥੁੱਕ ਤੋਂ ਨਾ ਲੁਕਾਇਆ। ਸੋ ਅੱਗੇ ਲਿਖਿਆ, ਜੇ ਡੈਨੀਅਲ ਵਿੱਚ ਪੜ੍ਹੀਏ ਤਾਂ ਉੱਥੇ ਲਿਖਿਆ 62 ਸਾਥੀਆਂ ਤੇ ਪਿੱਛੋਂ ਮਸੀਹ ਵੱਢਿਆ ਜਾਵੇਗਾ ਜਾਂ ਮਾਰਿਆ ਜਾਵੇਗਾ। ਸੋ ਮਸੀਹ ਦੇ ਬਾਰੇ ਪਹਿਲਾਂ ਹੀ ਇਹ ਸਭ ਲਿਖਿਆ ਹੋਇਆ ਸੀ। ਫਿਰ ਜੇ ਅਸੀਂ ਜਕਰਯਾ ਫਿਰ ਪੜ੍ਹੀਏ ਨਬੀ ਦੀ ਪੋਥੀ ਉਹਦੇ 12 ਦੀ 10 ਵਿੱਚ ਲਿਖਿਆ ਹੈ, ਯਹੋਵਾ ਜਿਨ ਸਾਨੂੰ ਬਣਾਇਆ, ਜਿਹੜਾ ਇਨਸਾਨ ਦੇ ਅੰਦਰ ਉਸ ਆਤਮਾ ਰਚਦਾ ਹੈ, ਉਹ ਆਖਦਾ ਹੈ, ਮੈਂ ਦਾਊਦ ਦੇ ਘਰਾਣੇ ਉੱਤੇ, ਯਰੂਸ਼ਲਮ ਦੇ ਵਾਸੀਆਂ ਉੱਤੇ, ਕਿਹਨਾਂ ਉੱਤੇ? ਦਾਊਦ ਦੇ ਘਰਾਣੇ ਉੱਤੇ, ਜਿਹੜੇ ਵਿਸ਼ਵਾਸੀ ਹੈ, ਜਿਹੜੇ ਯਰੂਸ਼ਲਮ ਦੇ ਵਾਸੀ ਹੈ, ਜਿਹੜੇ ਦਾਊਦ ਦੇ ਘਰਾਣੇ ਦਾ ਤੇ ਯਰੂਸ਼ਲਮ ਦੇ ਵਾਸੀ ਆ, ਜਿਹੜੇ ਪਵਿੱਤਰ ਲੋਕ ਹੈ, ਉਹਨਾਂ ਉੱਤੇ ਕਿਰਪਾ ਤੇ ਬੇਨਤੀ ਦਾ ਆਤਮਾ ਵਹਾਵਾਂਗਾ। ਉਹ ਮੇਰੀ ਵੱਲ ਜਿਸ ਨੂੰ ਉਹਨਾਂ ਨੇ ਬਿੰਨਿਆ ਸੀ ਸੋਗ ਕਰਨਗੇ। ਜਿਨ੍ਹਾਂ ਨੇ ਉਸ ਨੂੰ ਬਿੰਨਿਆ ਉਹ ਵੀ ਵੇਖਣਗੇ। ਜਿਵੇਂ ਪ੍ਰਕਾਸ਼ ਦੀ ਪੋਥੀ ਵਿੱਚ ਲਿਖਿਆ, ਵੇਖੋ ਪ੍ਰਭੂ ਯਿਸੂ ਮਸੀਹ ਬੱਦਲਾਂ ਨਾਲ ਆਉਂਦਾ ਹੈ ਤੇ ਹਰੇਕ ਅੱਖ ਉਸ ਨੂੰ ਵੇਖੇਗੀ। ਜਿਨ੍ਹਾਂ ਉਸ ਨੂੰ ਬਿੰਨਿਆ ਸੀ ਉਹ ਵੀ ਵੇਖਣਗੇ। ਕੱਲੇ ਪਵਿੱਤਰ ਲੋਕ ਹੀ ਨਹੀਂ, ਜਿਹੜੇ ਪ੍ਰਭੂ ਯਿਸੂ ਦੇ ਲੋਕ ਹੀ ਨਹੀਂ, ਬਲਕਿ ਉਹ ਲੋਕ ਵੀ ਜਿਨ੍ਹਾਂ ਨੇ ਉਸ ਨੂੰ ਬਿੰਨਿਆ ਸੀ। ਇੱਥੋਂ ਤੱਕ ਅੱਗੇ ਲਿਖਿਆ, ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਲਈ ਪਿੱਟਣਗੀਆਂ ਤੇ ਸੋਗ ਕਰਨਗੀਆਂ। ਮਸੀਹ ਪ੍ਰਭੂ ਯਿਸੂ ਲਈ ਸਾਰੀ ਧਰਤੀ ਦੀਆਂ ਕੌਮਾਂ ਪਿੱਟਣਗੀਆਂ ਤੇ ਸੋਗ ਕਰਨਗੀਆਂ। ਪ੍ਰਭੂ ਯਿਸੂ ਜੀ ਅੱਗੇ ਫਿਰ ਇਸ ਦਾ ਗੱਲ ਦੀ ਗਵਾਹੀ ਦਿੰਦੇ ਹਨ। ਪ੍ਰਕਾਸ਼ ਦੀ ਪੋਥੀ 1 ਦੀ 8 ਤੋਂ 18, 21 ਦੀ 1 ਤੋਂ 8 ਅਤੇ 22 ਦੀ 12 13 ਵਿੱਚ ਆਖਦੇ, ਮੈਂ ਅਲਫਾ ਤੇ ਓਮੇਗਾ ਹਾਂ, ਜਿਹੜਾ ਹੈ ਸੀ ਅਤੇ ਜਿਹੜਾ ਆਉਣ ਵਾਲਾ, ਜੋ ਸਰਬ ਸ਼ਕਤੀਮਾਨ ਹੈ। ਨਾ ਡਰੋ, ਮੈਂ ਪਹਿਲਾ ਤੇ ਪਿਛਲਾ ਹਾਂ, ਮੈਂ ਜਿਉਂਦਾ ਮਰ ਗਿਆ ਸੀ, ਵੇਖੋ ਮੈਂ ਜੁਗੋ ਜੁਗ ਜਿਉਂਦਾ ਹਾਂ। ਪਤਾਲ ਦੀਆਂ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ। ਧੰਨਵਾਦ ਪ੍ਰਭੂ ਯਿਸੂ ਜੀ ਦਾ। ਸੋ ਪ੍ਰਭੂ ਯਿਸੂ ਜੀ ਨੇ ਆਪਣੇ ਮੌਤ ਤੋਂ ਜੀਤ ਹੋਣ ਤੇ ਪਿੱਛੋਂ ਆਪਣੇ ਚੇਲਿਆਂ ਨੂੰ ਆਖਿਆ ਕਿ ਜਾਓ, ਤੁਸੀਂ ਸਾਰੀਆਂ ਚੇਲਿਆਂ ਨੂੰ ਕੌਮਾਂ ਨੂੰ ਚੇਲੇ ਬਣਾਓ ਤੇ ਉਹਨਾਂ ਨੂੰ ਪਿਤਾ ਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਅਤੇ ਉਹਨਾਂ ਨੂੰ ਸਿਖਾਓ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ। ਵੇਖੋ ਮੈਂ ਯੁੱਗ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਹਾਂ। ਇਸ ਲਈ ਕੁਝ ਲੋਕਾਂ ਦਾ ਖਿਆਲ ਹੈ, ਕੁਝ ਆਪਣਾ ਗਿਆਨ ਵੱਡਾ ਦੱਸਦੇ ਹੋਏ ਉਹ ਬਿਆਨ ਕਰਦੇ ਹਨ ਕਿ ਪਿਤਾ ਕੋਈ ਹੋਰ ਹੈ, ਪੁੱਤਰ ਕੋਈ ਹੋਰ ਹੈ ਤੇ ਪਵਿੱਤਰ ਆਤਮਾ ਕੋਈ ਹੋਰ ਹੈ। ਨਹੀਂ, ਪਵਿੱਤਰ ਬਾਈਬਲ ਵਿੱਚ ਪ੍ਰਭੂ ਯਿਸੂ ਜੀ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ ਕਿ ਉਹਨਾਂ ਨੂੰ ਜਿਹੜੀਆਂ ਕੌਮਾਂ ਚੇਲੇ ਬਣਾ ਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ, ਕਿ ਕਹਿਣ ਤੋਂ ਭਾਵ ਕਿ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦਾ ਇੱਕ ਨਾਮ ਹੈ। ਕੀ ਨਾਮ ਹੈ? ਯਿਸੂ। ਉਸ ਵਿੱਚ ਉਹਨਾਂ ਨੂੰ ਕੀ ਕਰੋ? ਬਪਤਿਸਮਾ ਦਿਓ। ਪਰ ਅਸੀਂ ਜਾਂ ਸਾਡੇ ਵਿੱਚੋਂ ਕੁਝ ਲੋਕ ਜਿਹੜੇ ਪਰਮੇਸ਼ਰ ਪ੍ਰਭੂ ਯਿਸੂ ਦਾ ਪੂਰਨ ਗਿਆਨ ਨਾ ਰੱਖਦੇ ਹੋਏ ਆਖਦੇ ਹਨ ਕਿ ਪ੍ਰਭੂ ਯਿਸੂ ਨੇ ਆਖਿਆ ਕਿ ਤੁਸੀਂ ਪਿਤਾ ਦੇ ਨਾਮ ਵਿੱਚ ਅਤੇ ਪੁੱਤਰ ਦੇ ਨਾਮ ਵਿੱਚ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਨਹੀਂ, ਇਸ ਤਰ੍ਹਾਂ ਨਹੀਂ ਲਿਖਿਆ ਹੋਇਆ। ਲਿਖਿਆ ਹੋਇਆ ਕਿ ਉਹਨਾਂ ਨੂੰ ਤੁਸੀਂ ਪਿਤਾ
ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ। ਇਹਨਾਂ ਤਿੰਨਾਂ ਦਾ ਇੱਕ ਨਾਮ ਯਿਸੂ ਉਸ ਵਿੱਚ ਬਪਤਿਸਮਾ ਦਿਓ, ਜਿਸ ਦਾ ਸਬੂਤ ਸਾਨੂੰ ਰਸੂਲਾਂ ਦੇ ਕਿਤਾਬ ਵਿੱਚ ਵਾਰ-ਵਾਰ ਲਿਖਿਆ ਮਿਲਦਾ ਪਵਿੱਤਰ ਬਾਈਬਲ ਵਿੱਚ ਕਿ ਜਾਂ ਪੈਂਤੀਕੋਸਤ ਦਾ ਦਿਨ ਆਇਆ, ਪਵਿੱਤਰ ਆਤਮਾ ਉਹਨਾਂ ਸਾਰੇ ਪ੍ਰਭੂ ਯਿਸੂ ਜੀ ਦੇ ਸੇਵਕਾਂ ਉੱਤੇ ਜਿਹੜੇ ਇਕੱਠੇ ਸਨ, ਰਸੂਲ ਤੇ ਬਾਕੀ ਦੇ ਲੋਕ 120 ਲੋਕ ਇਕੱਠੇ ਸਨ, ਉਹਨਾਂ ਤੇ ਪਵਿੱਤਰ ਆਤਮਾ ਪੈਂਤੀਕੋਸਤ ਦੇ ਦਿਨ ਉਤਰਿਆ ਤੇ ਉਹ ਹੋਰ ਬੋਲੀਆਂ ਬੋਲਣ ਲੱਗੇ ਜਿਵੇਂ ਉਹਨਾਂ ਨੂੰ ਆਤਮਾ ਨੇ ਬੋਲਣ ਦਿੱਤਾ। ਸੋ ਉਸ ਦਿਨ ਪਵਿੱਤਰ ਆਤਮਾ ਮਸੀਹ ਪ੍ਰਭੂ ਯਿਸੂ ਜੀ ਨੇ ਆਪਣੇ ਰਸੂਲ ਚੁਣੇ, ਰਸੂਲ ਸੇਵਕ ਜਿਹੜਾ ਹੈ ਪਤਰਸ ਦੀ ਜਵਾਨੀ ਰਸੂਲਾਂ ਦੇ ਕਿਤਾਬ 38 ਵਿੱਚ ਆਖਿਆ ਕਿ ਤੋਬਾ ਕਰੋ। ਉੱਥੇ ਕੌਣ ਬੋਲ ਰਿਹਾ ਹੈ? ਪੀਟਰ ਨਹੀਂ, ਪ੍ਰਭੂ ਯਿਸੂ ਬੋਲ ਰਿਹਾ ਹੈ। ਪ੍ਰਭੂ ਯਿਸੂ ਜੀ ਦਾ ਆਤਮਾ ਬੋਲ ਰਿਹਾ ਹੈ ਕਿ ਤੋਬਾ ਕਰੋ ਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਲਈ ਯਿਸੂ ਨਾਮ ਵਿੱਚ ਬਪਤਿਸਮਾ ਲਵੋ। ਅਤੇ ਪੈਂਤੀਕੋਸਤ ਦੇ ਦਿਨ ਵਚਨ ਤੇ ਵਿਸ਼ਵਾਸ ਕਰਨ ਵਾਲੇ 3000 ਲੋਕਾਂ ਨੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਿਆ, ਜਾਂ 3000 ਲੋਕਾਂ ਨੂੰ ਰਸੂਲਾਂ ਦੁਆਰਾ ਬਪਤਿਸਮਾ ਪੈਂਤੀਕੋਸਤ ਦੇ ਦਿਨ ਵਿਸ਼ਵਾਸ ਕਰਨ ਵਾਲੇ ਜਿਹੜੇ ਵਚਨ ਉੱਤੇ ਵਿਸ਼ਵਾਸ ਕੀਤਾ ਉਹਨਾਂ ਨੂੰ ਦਿੱਤਾ। ਠੀਕ ਹੈ। ਸੋ ਰਸੂਲਾਂ ਦੇ ਹੱਥੋਂ ਬਹੁਤ ਅਚੰਭੇ ਅਤੇ ਨਿਸ਼ਾਨ ਪ੍ਰਗਟ ਹੋਏ ਅਤੇ ਪ੍ਰਭੂ ਯਿਸੂ ਜੀ ਰੋਜ਼ ਬਰੋਜ਼ ਉਹਨਾਂ ਨੂੰ ਆਪਣੇ ਘਰਾਣੇ ਵਿੱਚ ਰਲਾਉਂਦੇ ਸਨ ਜਿਹੜੇ ਬਚਾਏ ਜਾਂਦੇ ਸਨ। ਸੋ ਇਸ ਲਈ ਯਾਦ ਰੱਖੋ ਕਿ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਹੁਤ ਸਾਰੇ ਲੋਕ ਆਖਦੇ ਹਨ ਕਿ ਕਿਤੇ ਨਹੀਂ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਦਿੱਤਾ ਗਿਆ, ਪਰ ਵਾਰ-ਵਾਰ ਸਾਨੂੰ ਪਵਿੱਤਰ ਬਾਈਬਲ ਵਿੱਚ ਲਿਖਿਆ ਮਿਲਦਾ ਹੈ ਕਿ ਪੈਂਤੀਕੋਸਤ ਦੇ ਦਿਨ ਤੋਂ ਸ਼ੁਰੂ ਕਰਕੇ ਹਰ ਬਪਤਿਸਮਾ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਦਿੱਤਾ ਗਿਆ। ਸੋ ਇਸ ਲਈ ਕਿਉਂਕਿ ਜੇ ਅਸੀਂ ਰਸੂਲਾਂ ਦੇ ਕਿਤਾਬ 4 ਦੀ 10-12 ਵਿੱਚ ਪੜ੍ਹੀਏ ਤਾਂ ਉੱਥੇ ਰਸੂਲਾਂ ਦੀ ਪੋਥੀ ਵਿੱਚ ਲਿਖਿਆ ਹੈ ਕਿ ਇਹ ਉਹ ਪੱਥਰ ਜਿਸ ਨੂੰ ਤੁਸਾਂ ਰਾਜਾਂ ਨੇ ਰੱਜਿਆ ਸੋਈ ਖੂੰਜੇ ਦਾ ਪੱਥਰ ਹੋ ਗਿਆ ਅਤੇ ਕਿਸੇ ਦੂਜੇ ਤੋਂ ਮੁਕਤੀ ਨਹੀਂ, ਕਿਉਂ ਜੇ ਆਕਾਸ਼ ਹੇਠਾਂ ਦੂਜਾ ਕੋਈ ਨਾਮ ਨਹੀਂ ਦਿੱਤਾ। ਇੱਥੇ ਨਾਮ ਦੀ ਫਿਰ ਗੱਲ ਆਉਂਦੀ ਆ। ਉਸ ਪੱਥਰ ਦਾ ਨਾਮ ਕੀ ਹੈ? ਮਸੀਹ ਯਿਸੂ, ਉਸ ਦਾ ਨਾਮ ਯਿਸੂ ਹੈ। ਦੂਜਾ ਕੋਈ ਨਾਮ ਹੈ ਹੀ ਨਹੀਂ ਯਿਸੂ ਨਾਮ ਤੋਂ ਬਿਨਾਂ ਜਿਸ ਤੋਂ ਅਸੀਂ ਬਚਾਏ ਜਾਣਾ। ਕਿਉਂਕਿ ਅੱਗੇ ਜੇ ਅਸੀਂ ਰਸੂਲਾਂ ਦੇ ਕਿਤਾਬ 10 ਦੀ 43 ਪੜ੍ਹੀਏ ਤਾਂ ਉੱਥੇ ਲਿਖਿਆ ਹੈ ਪ੍ਰਭੂ ਯਿਸੂ ਮਸੀਹ ਜੀ ਉੱਤੇ ਸਭ ਨਬੀ ਸਾਖੀ ਦਿੰਦੇ ਹਨ ਕਿ ਜੋ ਕੋਈ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕਰੇ ਸੋ ਪ੍ਰਭੂ ਯਿਸੂ ਮਸੀਹ ਦੇ ਨਾਮ ਕਰਕੇ ਪਾਪਾਂ ਦੀ ਮਾਫੀ ਪਾਵੇਗਾ। ਸੋ ਇਸ ਲਈ ਧੋਖਾ ਨਾ ਖਾਓ, ਤਿੰਨਾਂ ਨਾਵਾਂ ਵਿੱਚ ਨਹੀਂ ਆ, ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਹੀ ਬਪਤਿਸਮਾ ਦਿੱਤੇ ਗਏ। ਤੇ ਫਿਰ ਜੇ ਅਸੀਂ ਇਸ ਗੱਲ ਨੂੰ ਵੇਖੀਏ ਤਾਂ ਲਿਖਿਆ ਹੋਇਆ ਹੈ, ਜੇ ਅਸੀਂ ਪਹਿਲਾ ਕੁਰਿੰਥੀਆਂ 6:9-11 ਵਿੱਚ ਪੜ੍ਹੀਏ ਤਾਂ ਉਸ ਵਿੱਚ ਲਿਖਿਆ ਹੈ ਕਿ ਧੋਖਾ ਨਾ ਖਾਓ, ਕੁਧਰਮੀ ਲੋਕ ਪ੍ਰਭੂ ਯਿਸੂ ਮਸੀਹ ਦੇ ਰਾਜ ਵਿੱਚ ਵੜ ਨਹੀਂ ਸਕਦੇ। ਤੁਹਾਡੇ ਵਿੱਚੋਂ ਇਹੋ ਜਿਹੇ ਬਹੁਤ ਸਾਰੇ ਉੱਥੇ ਦੱਸਿਆ ਕੌਣ ਹੈਗਾ। ਉੱਥੇ ਲਿਖਿਆ ਬੇਪਤੀ ਤੇ ਹਰਾਮਕਾਰ, ਮੂਰਤੀ ਪੂਜਕ, ਜਨਾਕਾਰ, ਜਨਾਨੜੇ, ਮੁੰਡੇਬਾਜ਼, ਝੂਠੇ, ਲੋਭੀ, ਚੋਰ, ਲੁਟੇਰੇ, ਗਾਲਾਂ ਕੱਢਣ ਵਾਲੇ, ਨਸ਼ੇਬਾਜ਼, ਨਾਚ ਰੰਗਾਂ ਵਿੱਚ ਮਸਤ ਅਤੇ ਮਾੜੀਆਂ ਗੱਲਾਂ ਦੀ ਕੰਮ ਕਰਨ ਵਾਲੇ ਪਰਮੇਸ਼ਰ ਯਿਸੂ ਮਸੀਹ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ। ਅਤੇ ਤੁਹਾਡੇ ਵਿੱਚੋਂ ਕਈ ਇਹੋ ਜਿਹੇ ਸੀ, ਪਰ ਪ੍ਰਭੂ ਯਿਸੂ ਮਸੀਹ ਦੇ ਨਾਮ ਤੋਂ ਅਤੇ ਪਰਮੇਸ਼ਰ ਯਿਸੂ ਮਸੀਹ ਜੀ ਦੇ ਆਤਮਾ ਤੋਂ ਧੋਤੇ ਗਏ ਅਤੇ ਤੁਸੀਂ ਪਵਿੱਤਰ ਕੀਤੇ ਗਏ, ਸੋ ਤੁਸੀਂ ਧਰਮੀ ਠਹਿਰਾਏ ਗਏ। ਕਿਉਂ? ਅਤੇ ਫਿਰ ਪੌਲ ਰਸੂਲ ਜੀ ਲਿਖਦੇ ਹਨ, ਜੇ ਅਸੀਂ ਜਿਹੜਾ ਹੈ ਗਲਾਤੀਆਂ ਪੜ੍ਹੀਏ, ਗਲਾਤੀਆਂ 3:26 ਤੋਂ 29 ਤੱਕ ਲਿਖਿਆ, ਕਿਉਂ ਜੋ ਮਸੀਹ ਯਿਸੂ ਉੱਤੇ ਨਿਹਚਾ ਕਰਨ ਕਰਕੇ ਤੁਸੀਂ ਸਭੇ ਪਰਮੇਸ਼ਰ ਦੇ ਪੁੱਤਰ ਹੋ, ਕਿਉਂਕਿ ਤੁਸੀਂ ਜਿਨ੍ਹਾਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਉਹਨਾਂ ਨੇ ਮਸੀਹ ਨੂੰ ਪਹਿਨ ਲਿਆ। ਨਾ ਕੋਈ ਯਹੂਦੀ, ਨਾ ਜਨਾਨੀ, ਨਾ ਗੁਲਾਮ, ਨਾ ਜ਼ਾਰ, ਨਾ ਨਾਰੀ ਹੋ ਸਕਦਾ, ਕਿਉਂਕਿ ਤੁਸੀਂ ਸਭੇ ਪ੍ਰਭੂ ਯਿਸੂ ਮਸੀਹ ਵਿੱਚ ਇੱਕੋ ਹੋ। ਅਤੇ ਜੇ ਤੁਸੀਂ ਮਸੀਹ ਦੇ ਹੋ ਤਾਂ ਅਬਰਾਹਮ ਦੀ ਅੰਸ਼ ਅਤੇ ਬਚਨ ਦੇ ਅਨੁਸਾਰ ਅਧਿਕਾਰੀ ਵੀ ਹੋ। ਯਾਦ ਰੱਖੋ, ਸਭ ਕੁਝ ਹੀ ਪ੍ਰਭੂ ਯਿਸੂ ਮਸੀਹ ਵਿੱਚ ਦੇਹਧਾਰੀ ਹੋ ਕੇ ਵਸਦਾ ਹੈ। ਪਿਤਾ ਦਾ ਨਾਮ ਯਿਸੂ ਹੈ, ਪੁੱਤਰ ਦਾ ਨਾਮ ਯਿਸੂ ਹੈ ਅਤੇ ਪਵਿੱਤਰ ਆਤਮਾ ਦਾ ਨਾਮ ਯਿਸੂ ਹੈ।
ਇਸੇ ਲਈ ਪ੍ਰਭੂ ਯਿਸੂ ਮਸੀਹ ਜੀ ਆਪਣੇ ਚੇਲਿਆਂ ਨੂੰ 14 ਚੈਪਟਰ ਉਹਦੀ 17 ਤੋਂ 18 ਤੱਕ ਆਖਦੇ ਹਨ ਕਿ ਜਿਹੜਾ ਹੈ ਸੱਚਾਈ ਦੇ ਆਤਮਾ ਨੂੰ ਸੰਸਾਰ ਨਹੀਂ ਪਾ ਸਕਦਾ, ਕਿਉਂਕਿ ਉਹ ਉਸ ਨੂੰ ਨਾ ਵੇਖਦਾ ਅਤੇ ਨਾ ਜਾਣਦਾ ਹੈ। ਪਰ ਤੁਸੀਂ ਕੌਣ? ਜਿਹੜੇ ਪ੍ਰਭੂ ਯਿਸੂ ਦੇ ਮੰਨਣ ਵਾਲੇ ਵਿਸ਼ਵਾਸੀ, ਉਹਦੇ ਚੇਲੇ। ਪਰ ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ। ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ, ਮੈਂ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਡੇ ਵਿੱਚ ਵਾਸ ਕਰਾਂਗਾ। ਸੋ ਪਵਿੱਤਰ ਆਤਮਾ ਦਾ ਨਾਮ ਵੀ ਕੀ ਹੈ? ਮਸੀਹ ਪ੍ਰਭੂ ਯਿਸੂ। ਪਿਤਾ ਦਾ ਨਾਮ ਕੀ ਹੈ? ਮਸੀਹ ਪ੍ਰਭੂ ਯਿਸੂ। ਅਤੇ ਪੁੱਤਰ ਦਾ ਨਾਮ ਕੀ ਹੈ? ਮਸੀਹ ਪ੍ਰਭੂ ਯਿਸੂ। ਇਸ ਲਈ ਮਸੀਹ ਦਾ ਵਿਰੋਧੀ ਕੌਣ ਹੈ? ਪਵਿੱਤਰ ਬਾਈਬਲ ਦੇ ਬਚਨ ਦੱਸਦੇ ਹਨ ਕਿ ਮਸੀਹ ਦਾ ਵਿਰੋਧੀ ਅਤੇ ਝੂਠਾ ਉਹ ਹੈ ਜਿਹੜਾ ਮਸੀਹ ਪ੍ਰਭੂ ਨੂੰ ਪੁੱਤਰ ਅਤੇ ਪਿਤਾ ਅਤੇ ਪਵਿੱਤਰ ਆਤਮਾ ਮੰਨਣ ਤੋਂ ਇਨਕਾਰ ਕਰਦਾ ਹੈ। ਜੇ ਤਾਂ ਲਿਖਿਆ ਸਬੂਤ ਸਾਨੂੰ ਪਹਿਲਾ ਯਹੂਨਾ ਦੀਆਂ ਪੱਤਰੀਆਂ ਵਿੱਚ ਲਿਖਿਆ ਮਿਲਦਾ ਹੈ। ਪਹਿਲਾ ਯਹੂਨਾ 2 ਦੀ 12-13, 2 ਦੀ 22-23 ਅਤੇ ਦੂਸਰਾ ਯਹੂਨਾ ਦੀ 1 ਤੋਂ 7-19 ਵਿੱਚ ਲਿਖਿਆ ਮਿਲਦਾ ਹੈ ਤੁਹਾਡੇ ਪਾਪ। ਯਹੂਨਾ ਰਸੂਲ ਲਿਖਦਾ ਹੈ ਹੇ ਬਾਲਕੋ, ਮੈਂ ਤੁਹਾਨੂੰ ਲਿਖਦਾ ਇਸ ਲਈ ਜੋ ਤੁਹਾਡੇ ਪਾਪ ਉਹਦੇ ਨਾਮ ਦੇ ਕਾਰਨ ਤੁਹਾਨੂੰ ਮਾਫ ਕੀਤੇ ਹੋਏ ਹਨ ਅਤੇ ਤੁਸੀਂ ਪਿਤਾ ਨੂੰ ਜਾਣਦੇ ਹੋ। ਝੂਠਾ ਕੌਣ ਹੈ? ਉਹ ਜਿਹੜਾ ਯਿਸੂ ਤੋਂ ਇਨਕਾਰ ਕਰਦਾ ਭਈ ਉਹ ਮਸੀਹ ਨਹੀਂ। ਜਿਹੜਾ ਯਿਸੂ ਨੂੰ ਮਸੀਹ ਨਹੀਂ ਮੰਨਦਾ ਇਨਕਾਰੀ ਹੈ ਉਹ ਮਸੀਹ, ਕਿਉਂਕਿ ਉਹ ਮਸੀਹ ਸ਼ੁਰੂ ਤੋਂ ਹੈ। ਯਿਸੂ ਜਿਹੜਾ ਹੈ ਨਾਮ ਜਿਹੜਾ ਮਸੀਹ ਦਾ ਉਦੋਂ ਰੱਖਿਆ ਗਿਆ ਜਦੋਂ ਮਸੀਹ ਪ੍ਰਭੂ ਯਹੋਵਾ ਜਿਹੜਾ ਦੇਹਧਾਰੀ ਹੋਏ, ਤੇ ਉਸ ਦੇਹ ਦਾ ਨਾਮ ਕੀ ਰੱਖਿਆ ਗਿਆ? ਯਿਸੂ ਰੱਖਿਆ ਗਿਆ। ਇਸ ਲਈ ਪਿਤਾ ਤੇ ਪੁੱਤਰ ਤੇ ਪਵਿੱਤਰ ਆਤਮਾ ਦਾ ਨਾਮ ਯਿਸੂ ਹੈ। ਜਿਵੇਂ ਸਾਨੂੰ ਇਸ ਗੱਲ ਦੀ ਗਵਾਹੀ ਯਸ਼ਾਯਾ 9:6 ਵਿੱਚ ਲਿਖਿਆ ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ, ਰਾਜ ਉਸਦੇ ਮੋਢਿਆਂ ਉੱਤੇ ਹੋਵੇਗਾ ਤੇ ਉਹਦਾ ਨਾਮ ਇਉਂ ਸੱਦਿਆ ਜਾਵੇਗਾ ਹੈ ਨਹੀਂ, ਪਰ ਇਵੇਂ ਲੋਕੀ ਉਹਨੂੰ ਸੱਦਣਗੇ। ਕੀ ਕਹਿਣਗੇ? ਅਚਰਜ ਸਲਾਹੂ, ਮੀਨ ਪਵਿੱਤਰ ਆਤਮਾ, ਸ਼ਕਤੀਮਾਨ ਪਰਮੇਸ਼ਰ, ਅਨਾਦਿ ਪਿਤਾ, ਸਦੀਪਕ ਜਨਮ, ਐਵਰਲਾਸਟਿੰਗ ਪਿਤਾ ਤੇ ਸ਼ਾਂਤੀ ਦਾਤਾ ਜਾਂ ਸ਼ਾਂਤੀ ਦਾ ਰਾਜਕੁਮਾਰ। ਸੋ ਇਹ ਨਾਮ ਨਹੀਂ ਹੈ, ਇਹ ਖੂਬੀਆਂ ਹੈ, ਇਹ ਸਟੇਟਸ ਹੈ। ਪਰ ਉਸ ਸਟੇਟਸ ਦੇ ਅਨੁਸਾਰ ਜਿਵੇਂ ਅਸੀਂ ਬਹੁਤ ਵਾਰੀ ਬਾਈਬਲ ਪੜ੍ਹੀਏ ਤਾਂ ਲਿਖਿਆ ਹੈ ਕਿ ਯਹੋਵਾ ਜਾਰੇ, ਯਹੋਵਾ ਨੀਸ਼ੀ, ਇਹ ਪ੍ਰਭੂ ਯਿਸੂ ਮਸੀਹ ਦੇ ਨਾਮ, ਇਹ ਮਸੀਹ ਦੇ ਨਾਮ ਨਹੀਂ ਹੈ, ਪਰਮੇਸ਼ਰ ਦੇ ਨਾਮ ਨਹੀਂ ਹੈ, ਯਹੋਵਾ ਦੇ ਨਾਮ ਨਹੀਂ ਹੈ। ਯਹੋਵਾ ਜਦੋਂ ਦੇਹਧਾਰੀ ਹੋਇਆ ਉਸ ਦਾ ਨਾਮ ਯਿਸੂ ਰੱਖਿਆ ਗਿਆ, ਕਿਉਂਕਿ ਸਾਰੀ ਭਰਪੂਰੀ ਮਸੀਹ ਯਿਸੂ ਵਿੱਚ ਦੇਹਧਾਰੀ ਹੋ ਕੇ ਵਸ ਰਹੀ ਹੈ। ਇਸ ਲਈ ਜੋ ਕੋਈ ਪ੍ਰਭੂ ਯਿਸੂ ਮਸੀਹ ਜੀ ਨੂੰ ਪਿਤਾ ਤੇ ਪੁੱਤਰ ਤੇ ਪਵਿੱਤਰ ਆਤਮਾ ਨਹੀਂ ਮੰਨਦਾ ਹੈ ਜਾਂ ਮੰਨਣ ਤੋਂ ਇਨਕਾਰ ਕਰਦਾ ਹੈ, ਜਾਂ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਯਿਸੂ ਵਿੱਚ ਬਪਤਿਸਮਾ ਦੇਣ ਅਤੇ ਲੈਣ ਦਾ ਇਨਕਾਰ ਕਰਦਾ ਹੈ, ਸੋ ਮਸੀਹ ਦਾ ਵਿਰੋਧੀ ਅਤੇ ਝੂਠਾ ਹੈ। ਓਕੇ, ਖਿਆਲ ਰੱਖਣਾ। ਫਿਰ ਦੂਸਰੇ ਯਹੂਨਾ 1:7-9 ਵਿੱਚ ਸਾਨੂੰ ਇਸ ਗੱਲ ਦਾ ਲਿਖਿਆ ਸਬੂਤ ਮਿਲਦਾ ਹੈ। ਹਰੇਕ ਸੁਣੋ ਧਿਆਨ ਦੇ ਨਾਲ, ਠੀਕ ਆ। ਫਿਰ ਲਿਖਿਆ ਹੈ ਹਰੇਕ ਜੋ ਪੁੱਤਰ ਤੋਂ ਇਨਕਾਰ ਕਰਦਾ ਪਿਤਾ ਉਹਦੇ ਕੋਲ ਨਹੀਂ, ਜੋ ਪੁੱਤਰ ਨੂੰ ਮੰਨ ਲੈਂਦਾ ਹੈ ਉਹਦੇ ਕੋਲ ਪਿਤਾ ਹੈ। ਹੁਣ ਫਿਰ ਅੱਗੇ ਦੂਸਰਾ ਯਹੂਨਾ ਉਹਦੀ 1:7 ਪਹਿਲਾ ਚੈਪਟਰ 7 ਤੋਂ 9 ਵਿੱਚ ਲਿਖਿਆ, ਕਿਉਂ ਜੋ ਬਾਲੇ ਛਲੀਏ ਸੰਸਾਰ ਵਿੱਚ ਨਿਕਲ ਆਏ ਹਨ, ਜੋ ਯਿਸੂ ਦੇ ਦੇਹਧਾਰੀ ਹੋ ਕੇ ਆਉਣ ਨੂੰ ਨਹੀਂ ਮੰਨਦੇ, ਇਹੋ ਸਲੇਡਾ ਤੇ ਮਸੀਹ ਦਾ ਵਿਰੋਧੀ ਹੈ। ਧਿਆਨ ਨਾਲ ਹੁਣ ਯਾਦ ਰੱਖਿਓ। ਫਿਰ ਹਰ ਕੋਈ ਜੋ ਆਗੂ ਬਣ ਕੇ, ਜਿਹੜੇ ਅੱਜ ਅਸੀਂ ਆਗੂ ਬਣੇ ਬੈਠੇ ਨਾ, ਧਿਆਨ ਰੱਖਿਓ, ਤੁਹਾਨੂੰ ਵਾਰ ਨਹੀਂ ਗਿਆ। ਹਰ ਕੋਈ ਜੋ ਆਗੂ ਬਣ ਕੇ ਮਸੀਹ ਦੀ ਸਿੱਖਿਆ ਉੱਤੇ ਕਾਇਮ ਨਹੀਂ ਰਹਿੰਦਾ, ਪਰਮੇਸ਼ਰ ਉਹਦੇ ਕੋਲ ਨਹੀਂ ਹੈ। ਜੋ ਮਸੀਹ ਦੀ ਸਿੱਖਿਆ ਉੱਤੇ ਕਾਇਮ ਰਹਿੰਦਾ ਉਹਦੇ ਕੋਲ ਪਿਤਾ ਅਤੇ ਪੁੱਤਰ ਵੀ ਹੈ, ਕਿਉਂਕਿ ਪਿਤਾ ਪੁੱਤਰ ਦੋ ਨਹੀਂ ਆ। ਜਿੱਥੇ ਮਸੀਹ ਹੈ ਉੱਥੇ ਪਿਤਾ ਵੀ ਹੈ, ਉੱਥੇ ਪੁੱਤਰ ਵੀ ਹੈ। ਜੇ ਕੋਈ ਤੁਹਾਡੇ ਕੋਲ ਆਵੇ ਇਹ ਸਿੱਖਿਆ ਨਾ ਲਿਆਵੇ ਤਾਂ ਉਸ ਨੂੰ ਘਰ ਨਾ ਤਾਰੋ, ਨਾ ਉਹਦੀ ਸੁੱਖ ਮਨਾਓ, ਕਿਉਂਕਿ ਜਿਹੜਾ ਉਹਦੀ ਸੁੱਖ ਮਨਾਉਂਦਾ ਹੈ ਉਸਦੇ ਬੁਰੇ ਕੰਮਾਂ ਦਾ ਭਾਗੀ ਬਣਦਾ ਹੈ।
ਯਾਦ ਰੱਖੋ, ਜਿਹੜੇ ਲੋਕ ਪ੍ਰਭੂ ਯਿਸੂ ਮਸੀਹ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਮੰਨਣ ਤੋਂ ਇਨਕਾਰ ਕਰਦੇ ਹਨ, ਪਵਿੱਤਰ ਬਾਈਬਲ ਦੱਸਦੀ ਹੈ ਕਿ ਉਹਨਾਂ ਨੂੰ ਘਰ ਵਿੱਚ ਨਾ ਉਤਾਰੋ, ਕਿਉਂਕਿ ਉਹ ਮਸੀਹ ਦੀ ਸਿੱਖਿਆ ਨੂੰ ਨਹੀਂ ਮੰਨਦੇ, ਜਿਹੜੀ ਜਿਵੇਂ ਮਸੀਹ ਨੇ ਕਿਹਾ ਹੈ, ਜਿਨ ਮੈਨੂੰ ਵੇਖਿਆ ਉਹਨੇ ਮੇਰੇ ਪਿਤਾ ਨੂੰ ਵੇਖਿਆ। ਜਿਹੜੇ ਕੰਮ ਜਿਨ ਵੇਖਿਆ ਤੇ ਵਾਰ-ਵਾਰ ਉਹ ਦੱਸਦੇ ਹਨ ਕਿ ਜਿਹਦੇ ਕੋਲ ਪੁੱਤਰ ਹੈ ਉਹਦੇ ਕੋਲ ਪਿਤਾ ਹੈ। ਉਹ ਵਾਰ-ਵਾਰ ਆਖਦੇ ਹਨ ਕਿ ਮੇਰੇ ਨਾਮ ਵਿੱਚ ਜੋ ਕੁਝ ਤੁਸੀਂ ਮੰਗੋਗੇ ਮੈਂ ਸੋਈ ਕਰਾਂਗਾ, ਤਾਂ ਜੋ ਪੁੱਤਰ ਵਿੱਚ ਪਿਤਾ ਦੀ ਵਡਿਆਈ ਹੋਵੇ। ਸੋ ਇਸੇ ਤਰ੍ਹਾਂ ਜਿਵੇਂ ਪੌਲ ਰਸੂਲ ਆਖਦਾ ਹੈ ਕਿ ਇੱਕੋ ਹੀ ਪਰਮੇਸ਼ਰ ਅਤੇ ਪਿਤਾ ਸਭਨਾਂ ਦਾ ਹੈ, ਜੋ ਸਭਨਾਂ ਦੇ ਉੱਤੇ, ਸਭਨਾਂ ਦੇ ਦਰਮਿਆਨ ਅਤੇ ਸਭਨਾਂ ਦੇ ਅੰਦਰ ਹੈ। ਸੋ ਸਾਡੇ ਸਭਨਾਂ ਉੱਤੇ, ਪਰ ਸਾਡੇ ਵਿੱਚੋਂ ਹਰੇਕ ਉੱਤੇ ਮਸੀਹ ਦੇ ਦਾਨ ਦੇ ਅੰਦਾਜ਼ੇ ਅਨੁਸਾਰ ਕੀ ਹੈ, ਕਿਰਪਾ ਹੋਈ। ਓਕੇ, ਜਿਵੇਂ ਉਹਨ ਆਖਿਆ ਕਿ ਉਹ ਤਾਂ ਚੜਿਆ ਅਤੇ ਬੰਦਰ ਨੂੰ ਬੰਨ ਲਿਆ ਅਤੇ ਮਨੁੱਖਾਂ ਨੂੰ ਦਾਨ ਦਿੱਤੇ, ਕਿਸੇ ਨੂੰ ਰਸੂਲ, ਕਿਸੇ ਨੂੰ ਪ੍ਰਚਾਰਕ, ਕਿਸੇ ਨੂੰ ਉਸਤਾਦ ਅਤੇ ਕਿਸੇ ਨੂੰ ਪਾਸਟਰ ਜਾਂ ਪਾਦਰੀ, ਜਾਚਕ, ਅਤੇ ਕਿਸੇ ਨੂੰ ਗਿਆਨ ਦੀ ਗੱਲ, ਕਿਸੇ ਨੂੰ ਵਿਦਿਆ ਦੀ ਗੱਲ, ਕਿਸੇ ਨੂੰ ਨੇਚਾ ਦੀ, ਵਿਸ਼ਵਾਸ ਦੀ, ਕਿਸੇ ਨੂੰ ਪਰਾਈ ਭਾਖਿਆ ਬੋਲਣ ਦੀ, ਕਿਸੇ ਨੂੰ ਚੰਗਿਆ ਕਰਨ ਦੀ, ਅਤੇ ਕਿਸੇ ਨੂੰ ਪਰਾਈ ਭਾਖਿਆ ਦਾ ਜਿਹੜਾ ਵਿਖਿਆਨ ਕਰਨ ਦਾ ਤੋਹਫਾ ਦਿੱਤਾ। ਉਸੇ ਇੱਕੋ ਹੀ ਪਰਮੇਸ਼ਰ ਯਿਸੂ ਮਸੀਹ ਨੇ ਸਭਨਾਂ ਨੂੰ ਹੀ, ਜਿਵੇਂ ਉਸਨੇ ਪਹਿਲਾਂ ਹੀ ਆਖਿਆ ਸੀ ਕਿ ਜੇ ਤੁਸੀਂ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ ਤੇ ਉਹ ਤੁਹਾਡਾ ਸੁਰਗੀ ਪਿਤਾ ਤੁਹਾਨੂੰ ਕਿਉਂ ਨਾ ਪਵਿੱਤਰ ਆਤਮਾ ਦੇਵੇਗਾ। ਫਿਰ ਆਪਣੇ ਲੂਕਾ 21:15 ਵਿੱਚ ਲਿਖਦੇ ਨੇ ਕਿ ਮੈਂ ਤੁਹਾਨੂੰ ਇਹੋ ਜਿਹਾ ਮੂੰਹ ਅਤੇ ਬੁੱਧ ਦਿਆਂਗਾ ਜਿਹਦਾ ਤੁਹਾਡੇ ਵੈਰੀ ਨਾ ਖੰਡਨ ਕਰ ਸਕਣ, ਨਾ ਵਿਰੋਧ ਕਰ ਸਕਣਗੇ। ਫਿਰ ਲੂਕਾ 24:44 ਤੋਂ 49 ਪੜ੍ਹੀਏ ਤਾਂ ਉੱਥੇ ਲਿਖਿਆ ਹੈ ਕਿ ਮੈਂ ਤੁਹਾਨੂੰ ਉਹ ਕਰਾਰ ਅਰਥਾਤ ਪਵਿੱਤਰ ਆਤਮਾ ਜਿਹੜਾ ਹੈ ਪਿਤਾ ਵੱਲੋਂ ਬਖਸ਼ਾਂਗਾ। ਸੋ ਇਸ ਲਈ ਯਾਦ ਰੱਖੋ, ਜੋ ਕੋਈ ਪ੍ਰਭੂ ਯਿਸੂ ਮਸੀਹ ਨੂੰ ਪਿਤਾ ਤੇ ਪੁੱਤਰ ਅਤੇ ਪਵਿੱਤਰ ਆਤਮਾ ਨਹੀਂ ਮੰਨਦਾ, ਸੋ ਮਸੀਹ ਦਾ ਵਿਰੋਧੀ ਹੈ। ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਵਾਰ-ਵਾਰ ਉਸਨੇ ਆਖਿਆ ਕਿ ਜੇ ਮੈਂ ਉਹ ਜਿਹਾ ਕੰਮ ਨਹੀਂ ਕਰਦਾ, ਮੈਂ ਤੇ ਪਿਤਾ ਇੱਕੋ ਹਾਂ। ਫਿਰ ਯਹੂਦੀਆਂ ਜਦੋਂ ਪੱਥਰ ਚੱਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਕਿਹਾ ਤੁਸੀਂ ਕਿਹੜੀ ਗੱਲੋਂ ਮੈਨੂੰ ਪੱਥਰ ਮਾਰ ਦੀ ਤਿਆਰੀ ਕਰਦੇ ਹੋ, ਕਿਉਂਕਿ ਜੇ ਮੈਂ ਪਿਤਾ ਜਿਹੇ ਨਹੀਂ ਕੰਮ ਕਰਦਾ ਤਾਂ ਮੇਰੀ ਪ੍ਰਤੀਤ ਨਾ ਕਰੋ। ਓਕੇ, ਭਾਵੇਂ ਤੁਸੀਂ ਮੇਰੀ ਪ੍ਰਤੀਤ ਨਾ ਕਰੋ, ਪਰ ਉਹਨਾਂ ਕੰਮਾਂ ਦੇ ਵਾਸਤੇ ਜਿਹੜੇ ਮੈਂ ਪਿਤਾ ਦੀ ਵੱਲੋਂ ਤੁਹਾਨੂੰ ਵਿਖਾਲਦਾ ਹਾਂ, ਪ੍ਰਤੀਤ ਕਰੋ ਕਿ ਮੈਂ ਪਿਤਾ ਵਿੱਚ ਅਤੇ ਪਿਤਾ ਮੇਰੇ ਵਿੱਚ ਹੈ। ਕਹਿਣ ਤੋਂ ਭਾਵ ਕਿ ਅਸੀਂ ਦੋ ਵੱਖਰੇ ਪਰਮੇਸ਼ਰ ਨਹੀਂ ਹਾਂ, ਅਸੀਂ ਵੱਖਰੇ ਤਿੰਨ ਜਾਂ ਬਹੁਤ ਸਾਰੇ ਪਰਮੇਸ਼ਰ ਨਹੀਂ ਹਾਂ, ਬਲਕਿ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੀ ਸਾਰੀ ਭਰਪੂਰੀ ਮਸੀਹ ਵਿੱਚ ਦੇਹਧਾਰੀ ਹੋ ਕੇ ਵਸਦੀ ਹੈ। ਆਮੀਨ। ਜੈ ਮਸੀਹ, ਜੈ ਮਸੀਹ, ਜੈ ਮਸੀਹ। ਆਮੀਨ।